ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੰਬਾਰ। ਜੋ ਬਨ ਫਲ ਪਾਕੇ ਭੋਇ ਗਿਰੈ, ਬਹੁਰ ਨ ਲਾਗੈ ਡਾਰ। ਜੋ ਬਨ ਫਲ ਪਾਕੇ ਭੋਇ ਗਿਰੈ, ਬਹੁਰ ਨ ਲਾਗੈ ਡਾਰ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਪਰਮ ਸਨਮਾਨਯੋਗ ਗੁਰੂ ਸਤਿਗੁਰੂ ਜੀ ਦਾ ਸਵਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਤ ਸੰਗਤ ਜੀ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਬਹੁਤ ਹੀ ਦੂਰੋਂ ਅਤੇ ਨੇੜੇ ਤੋਂ ਚੱਲ ਕੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪਣੇ ਮਨੁੱਖੀ ਜੀਵਨ ਸਮੇਂ ਸਵਾਸਾਂ ਨੂੰ ਭਾਈ ਸਫਲ ਬਣਾਉਣ ਵਾਸਤੇ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਚਬਰ ਛਤਰ ਤਖਤ ਜੀ ਦੇ ਮਾਲਕ ਸ਼ਬਦ ਗੁਰਦੇਵ, ਕਲਯੁਗ ਦੇ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਜੀ, ਬਹੁਤ ਲੰਬੇ ਸਮੇਂ ਤੋਂ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹੀ ਬਾਣੀ ਦਾ ਪ੍ਰਵਾਹ, ਕਥਾ, ਕੀਰਤਨ, ਸਰਵਣ ਕਰ ਰਹੇ ਹੋ। ਸੋ ਦਾਸ ਤੋਂ ਪਹਿਲੋਂ ਅਨੇਕਾਂ ਹੀ ਬੁੱਧੀ ਜੀਵਾਂ ਨੇ, ਗਿਆਨੀ ਹਰਪਾਲ ਸਿੰਘ ਜੀ ਮਹੂ ਤੋਂ ਸਾਡੇ ਭਰਾਤਾ ਜੀ ਨੇ, ਪਰਿਵਾਰ ਦੇ ਵਿੱਚੋਂ ਹੀ ਨੇ, ਉਹਨਾਂ ਨੇ ਆਪ ਸੰਗਤਾਂ ਨਾਲ ਗੁਰਬਾਣੀ, ਕਥਾ, ਵਿਚਾਰ ਦੀ ਸਾਂਝ ਪਾਈ। ਰਾਗੀ ਸਿੰਘਾਂ ਨੇ ਜਥੇ ਦੇ, ਅਖਾੜਾ ਸਾਹਿਬ ਦੇ, ਉਹਨਾਂ ਨੇ ਆਪ ਸੰਗਤ ਨਾਲ ਰੱਬੀ ਸੰਗੀਤ, ਕੀਰਤਨ, ਪਰਮਾਤਮਾ ਦਾ ਸਰਵਣ ਕੀਤਾ, ਕਰਵਾਇਆ। ਉਪਰੰਤ ਗਿਆਨੀ ਨਵਨੀਤ ਸਿੰਘ ਜੀ, ਜਿਨ੍ਹਾਂ ਦਾ ਆਪ ਸਾਰਿਆਂ ਨੂੰ ਪਤਾ ਹੈ, ਉਹਨਾਂ ਨੇ ਆਪ ਸੰਗਤਾਂ ਦੇ ਨਾਲ ਬਹੁਤ ਹੀ ਅਨਮੋਲ ਬਚਨ ਸਾਂਝੇ ਕੀਤੇ। ਗਿਆਨੀ ਜੀ ਹੋਰਾਂ ਨੇ ਇੱਥੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ, ਪਰ ਪੜ੍ਹੇ ਕੋਈ ਨਹੀਂ। ਸੰਗਤ ਜੀ, ਕੁਝ ਬੱਚੇ ਪੜ੍ਹੇ ਸਨ, ਉਹ ਸਤਿਕਾਰਯੋਗ। ਹੁਣੇ ਹੁਣੇ ਆਪ ਸੰਗਤ ਨੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਨਿਰਮਲ ਸੰਪਰਦਾ ਦੇ ਅਨਮੋਲ ਰਤਨ, ਵਿਦਿਆ ਦੇ ਦਾਤੇ, ਬੜੇ ਹੀ ਪਰਉਪਕਾਰੀ, ਨਿਮਰਤਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ, ਸੰਗਤ ਜੀ, ਜਿਨ੍ਹਾਂ ਦੇ ਨਾਮ ਪਿੱਛੇ ਸ਼ਾਸਤਰੀ ਲੱਗਦਾ ਹੈ। ਐਸੀ ਵਿਦਿਆ ਇਕੱਤਰ ਕਰਨੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਔਰ ਬੜੇ ਹੀ ਅਨੁਭਵ, ਅਨਮੋਲ ਬਚਨ ਗੁਰਬਾਣੀ ਦੀ ਰੋਸ਼ਨੀ ਰਾਹੀਂ ਮਨੁੱਖੇ ਜੀਵਨ ਦੇ ਪਰਥਾਏ ਉਹਨਾਂ ਨੇ ਆਪਣੇ ਹਿਰਦੇ 'ਚ ਪਾਏ। ਔਰ ਆਪਾਂ ਨੂੰ ਪਸ਼ੂ ਔਰ ਮਨੁੱਖ ਦੇ ਵਿੱਚ ਜੋ ਅੰਤਰ ਹੈ, ਮੌਤ ਜਨਮ ਦੇ ਵਿੱਚ ਜੋ ਅੰਤਰ ਹੈ, ਆਤਮਾ ਪਰਮਾਤਮਾ ਦਾ ਸਵਰੂਪ ਹੈ। ਬੜੇ ਹੀ ਗੂੰਗੇ ਤੇ ਡੂੰਘੇ
ਅਨਮੋਲ ਪ੍ਰਵਚਨ ਆਪ ਸੰਗਤਾਂ ਨੂੰ, ਦਾਸ ਨੂੰ, ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਬੀ ਗੁਣਾਂ ਦੀ ਸਾਂਝ ਪਾਈ ਹੈ। ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਉਹ ਵਿਸ਼ੇਸ਼ ਕਰਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਸ਼ਾਸਤਰੀ ਜੀ ਦਾ, ਸਾਡੇ ਸਾਰੇ ਵਿਹੰਗਮ ਜਥੇ ਵੱਲੋਂ, ਦਾਸ ਵੱਲੋਂ, ਆਪ ਸੰਗਤਾਂ ਵੱਲੋਂ, ਕਿਉਂਕਿ ਤੁਸੀਂ ਵੀ ਇਸ ਪਰਿਵਾਰ ਦਾ ਮੈਂਬਰ ਹੋ, ਆਪ ਸਾਰਿਆਂ ਵੱਲੋਂ ਮੈਂ ਬਾਬਾ ਜੀ ਦਾ, ਨਿਰਮਲ ਭੇਖ ਦਾ, ਸਮੁੱਚੀ ਸੰਪਰਦਾ ਦਾ ਧੰਨਵਾਦ ਕਰਦਾ। ਕਿਉਂਕਿ ਅੱਜ ਪੰਥ ਵਿੱਚ, ਸੰਪਰਦਾਵਾਂ ਦੇ ਵਿੱਚ ਵਿਦਵਾਨਾਂ ਦੀ ਬੜੀ ਲੋੜ ਹੈ, ਬਹੁਤ ਵੱਡੀ ਲੋੜ ਹੈ। ਸੰਪਰਦਾ ਇਹ ਨਹੀਂ ਕਿ ਉਦਾਸੀ ਤੇ ਨਿਰਮਲੇ ਆ। ਸੰਗਤ ਜੀ ਨਿਹੰਗ ਸਿੰਘ ਜਥੇਬੰਦੀਆਂ ਵਾ, ਤਰਨਾ ਦਲ ਹੈ, ਬੁੱਢਾ ਦਲ ਹੈ, ਬਾਬੇ ਬਕਾਲੀਏ ਨੇ, ਹੋਰ ਵੀ ਬੜੀਆਂ ਸੰਪਰਦਾਵਾਂ, ਕਾਰਥ ਵਾਲੇ ਮਹਾਂਪੁਰਖ ਵਾ। ਸੰਗਤ ਜੀ ਕਿੰਨੇ ਹੀ ਭੇਖ ਨੇ, ਮੈਂ ਜੇ ਗਿਣਾ ਤੇ ਸਮਾਂ ਲੱਗ ਜਾਣਾ। ਤੇ ਆਪ ਸੰਗਤਾਂ ਦੇ ਨਾਲ ਬਚਨ ਵੀ ਸਾਂਝੇ ਕਰਨੇ। ਸਾਡੇ ਸਾਰੇ ਜਥੇ ਵੱਲੋਂ ਸ਼ਾਸਤਰੀ ਜੀ ਦਾ ਧੰਨਵਾਦ ਹੈ। ਔਰ ਇਹਨਾਂ ਦੇ ਵੱਡੇ ਜਿਹੜੇ ਮਹਾਂਪੁਰਖ ਨੇ, ਸਤਿਕਾਰਯੋਗ ਸਵਾਮੀ ਬ੍ਰਹਮ ਗਿਆਨਦੇਵ ਸਿੰਘ ਜੀ, ਜਿਹੜੇ ਬ੍ਰਹਮਦੇਵ ਜੀ, ਅੱਜ ਮੈਨੂੰ ਯਾਦ ਆ ਗਿਆ, ਸਾਡੇ ਉਦਾਸੀਆਂ ਦੇ ਵਿੱਚ ਬੜੇ ਵਿਦਵਾਨ ਰਹੇ। ਉਹ ਵੀ ਬੜੇ ਦਾਤੇ ਸੀ ਵਿਦਿਆ ਦੇ, ਦਸਮ ਦੇ ਬੜੇ ਗਿਆਤੇ ਸਨ। ਮੈਂ ਉਹੀ ਕਹਿ ਰਿਹਾ, ਵਿਦਵਾਨਾਂ ਦੀ ਵੀ ਘਾਟ ਹੈ ਬੜੀ ਆ ਸੰਪਰਦਾਵਾਂ ਦੇ ਵਿੱਚ। ਸੋ ਸੰਗਤ ਜੀ, ਸਵਾਮੀ ਗਿਆਨਦੇਵ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਮਹੰਤ ਨੇ ਸੰਪਰਦਾ ਦੇ, ਉਹ ਵੀ ਆਪਣੇ ਸਥਾਨ 'ਤੇ ਬਹੁਤ ਵਾਰੀ ਆਏ। ਬਾਬਾ ਜੀ ਵੀ ਬੜੀ ਵਾਰ ਆਏ ਨੇ। ਸੋ ਸਮਾਗਮ ਤੇ ਤੁਹਾਨੂੰ ਪਤਾ ਹੁੰਦਾ ਵੀ ਕੋਈ ਇੱਧਰੋਂ ਚੋਲਾ ਖਿੱਚਦਾ ਵਾ ਤੇ ਕੋਈ ਇੱਧਰੋਂ ਖਿੱਚਦਾ ਵਾ, ਟਾਈਮ ਦਿਓ ਜੀ, ਟਾਈਮ ਦਿਓ। ਤੇ ਸਾਨੂੰ ਪਸੀਨਾ ਆਇਆ ਹੁੰਦਾ ਵੀ ਕੋਈ ਰੱਬ ਦਾ ਬੰਦਾ ਨਾਰਾਜ਼ ਹੋ ਗਿਆ ਤੇ ਲਾਮਾ ਬਣ ਜਾਣਾ ਵਾ। ਫਿਰ ਅਸੀਂ ਵਿਚਾਰ ਕੀਤੀ, ਜਿਹੜਾ ਆਪਣਾ ਵਰਿੰਦਰ ਸਿੰਘ ਬਿੰਦੀ, ਛੋਟਾ ਜਿਹਾ ਬੱਚਾ ਆਪਾਂ ਪਾਲਿਆ, 10 ਸਾਲ ਦਾ ਸੀ, ਹੁਣ 19 ਸਾਲ ਦਾ ਵਾ। ਤੇ ਸੰਗਤ ਜੀ ਕਾਬੂ ਬੜਾ ਔਖਾ ਕੀਤਾ ਸੀ ਉਹਨੂੰ। ਇਹ ਛੋਟਾ ਜਿਹਾ ਜਦੋਂ ਦੇਖਿਆ, ਮੈਂ ਕਿਹਾ ਵੀ ਚਲੇ ਦੀ ਬੁੱਧੀ ਕੰਮ ਕਰਦੀ ਹੈ, ਇਹਨੂੰ ਮਹਾਂਪੁਰਖਾਂ ਕੋਲ ਜਿਹੜੇ ਵਿਦਿਆ ਗੁਰਦੇਵ ਹੁੰਦਾ ਹੈ, ਵਿਦਿਆ ਗੁਰਦੇਵ ਇਹਨਾਂ ਦੇ ਸ਼ਾਸਤਰੀ ਜੀ ਨੇ, ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਇਹਨਾਂ ਦੇ ਵਿਦਿਆ ਗੁਰੂ ਹੈ। ਇਹਨਾਂ ਤੋਂ ਵਿਦਿਆ ਲੈਣ ਵਾਸਤੇ ਇਹਨਾਂ ਨੂੰ ਬਨਾਰਸ ਭੇਜਿਆ। ਸੋ ਸੰਗਤ ਜੀ, ਘਰ ਵਰਗੀ ਗੱਲ ਹੈ, ਪਿਆਰ ਦੀ ਗੱਲ ਹੈ, ਸਾਰੇ ਭੇਖ ਦਾ ਬੜਾ ਪਿਆਰ ਹੈ। ਆਓ, ਸਮਾਂ ਇਜਾਜ਼ਤ ਦਿੰਦਾ ਮੈਂ ਆਪਣੀ ਮੂਲ ਵਿਚਾਰ 'ਤੇ ਆਵਾਂ। ਸਾਰੇ ਬੜੇ ਅਦਬ ਨਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਕੋਈ ਵੀ ਰਚਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਮਹਾਂਪੁਰਖਾਂ ਦੇ। ਮੈਨੂੰ ਬੱਚਿਆਂ ਦੱਸਿਆ ਕਿ ਇਹਨਾਂ ਨੇ ਜਾਣਾ ਵਾ, ਤੇ ਤੁਹਾਨੂੰ ਪਤਾ ਵੀ ਪਿੱਛੇ ਕਾਫੀ ਸਿਰ ਤੋਂ ਸਰੀਰ ਥੋੜ੍ਹਾ ਜਿਹਾ ਕਮਜ਼ੋਰ ਰਿਹਾ ਵਾ, ਸਿਰ ਜਿੱਦਾਂ ਮਸਤਾਨੀ ਜੀ ਰਹੀ ਹੈ। ਥੋੜ੍ਹਾ ਤਿਆਰ ਹੋਣ ਲੱਗਿਆ, ਮੈਨੂੰ ਟਾਈਮ ਲੱਗ ਜਾਂਦਾ। ਤੇ ਮੈਂ ਰਾਤ ਥੋੜ੍ਹੇ ਦਰਸ਼ਨ ਕੀਤੇ। ਸਵੇਰੇ ਕੁਲਦੀਪ ਸਿੰਘ ਜੀ ਆਂਦੇ ਕਿ ਬਾਬਾ ਜੀ ਦੇ ਦਰਸ਼ਨ ਕਰ ਆਓ, ਮਿਲ ਆਓ। ਮੈਂ ਕਿਹਾ ਵੀ ਹੁਣ ਬੋਡੀ ਥੋੜ੍ਹੀ ਵੀਕ ਹੈ, ਮੈਂ ਜਾਣਾ ਵਾ। ਕਰਦਿਆਂ ਕਰਦਿਆਂ ਮੈਨੂੰ 12 ਵੱਜ ਗਏ। ਜਦੋਂ ਮੈਂ ਤਿਆਰ ਹੋ ਕੇ ਤੁਰਨ ਲੱਗੇ ਤੇ ਆਂਦੇ ਵੀ ਬਾਬਾ ਜੀ ਤੇ ਗੁਰੂ ਪਾਤਸ਼ਾਹ ਹਜ਼ੂਰੀ ਚਲੇ ਗਏ ਆ। ਮੈਂ ਬਹੁਤ ਫੀਲ ਕੀਤਾ, ਮਹਿਸੂਸ ਕੀਤਾ ਵੀ ਘਰ ਰੱਬ ਵਰਗੇ ਸਾਧੂ ਆਏ ਹੁਣ ਤੇ ਤੂੰ ਲੇਟ ਹੋ ਜਾਏ। ਤੇ ਮੈਂ ਬਾਬਾ ਜੀ ਤੋਂ ਮਾਫੀ ਵੀ ਮੰਗਣਾ ਵਾ। ਔਰ ਮੈਂ ਤੁਹਾਨੂੰ ਇਹ ਕਹਿਣਾ ਵਾ ਵੀ ਸਮਾਗਮ ਹੀ ਤੁਹਾਡਾ ਵੀ ਇਕੱਲਿਆਂ ਦੇ ਰੱਖਿਆ ਸੀਗਾ, ਤੇ ਇਸ ਕਰਕੇ ਮਹਾਰਾਜ ਜੀ ਥੋੜ੍ਹਾ ਜਿਹਾ ਟਾਈਮ ਦਿਆ ਜੀ, ਥੋੜ੍ਹਾ ਚਿਰ ਬੈਠੋ, ਤੁਹਾਡੇ ਨਾਲ ਹੌਸਲਾ ਹੋਣਾ ਮੈਨੂੰ। ਇਸ ਕਰਕੇ ਤੁਸੀਂ ਬੈਠਣਾ ਵਾ, ਜਾਣਾ ਤਾਂ ਨਹੀਂ, ਥੋੜ੍ਹਾ ਰੁਕੋ। ਇਸ ਕਰਕੇ ਮੈਂ ਚਰਨਾਂ 'ਚ ਆਪ ਵੀ ਕਰਦਾ, ਮੈਂ ਤੁਹਾਡੇ ਵੱਲੋਂ ਵੀ ਬੇਨਤੀ ਕਰਦਾ ਵੀ ਥੋੜ੍ਹਾ ਸਾਨੂੰ ਸਮਾਂ ਦਿਓ, ਵੀ ਬੈਠੋ। ਕਿਉਂਕਿ ਸਾਧੂ ਜਿਹੜਾ ਹੁੰਦਾ ਹੈ, ਰੱਬ ਦੇ ਪੁੱਤ ਹੁੰਦੇ ਸਾਰੀ। ਤੇ ਜਿਹੜਾ ਮਹਾਤਮਾ ਹੁੰਦਾ, ਜਿਹੜੀ ਸਟੇਜ ਹੁੰਦੀ ਨਾ, ਸਟੇਜ ਦਾ ਗੁਰੂ ਦੀ ਹਜ਼ੂਰੀ ਸ਼ਿੰਗਾਰ ਹੀ ਸੰਤ ਹੁੰਦਾ। ਜੇ ਸਟੇਜ 'ਤੇ ਮਹਾਤਮਾ ਬੈਠਾ ਹੈ ਨਾ, ਚਾਹੇ ਉਹ ਸਵਾ ਲੱਖ ਬੈਠਾ ਹੈ, ਪਰ ਸੰਗਤ ਜੀ ਪਰਮਾਤਮਾ ਦੀ ਨਿਗਾਹ ਆਪਣੇ ਪਿਆਰੇ ਤੇ ਸਦਾ ਹੁੰਦੀ ਹੈ। ਕਿਉਂਕਿ ਜਿਹੜੇ ਇੱਕ ਵਿਦਿਆ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਜਿਹੜੀ ਵਿਦਿਆ ਹੈ, ਉਹਦੀ ਖੁਸ਼ਬੂ ਜਿਵੇਂ ਫੁੱਲ ਦੀ ਖੁਸ਼ਬੂ ਜਿੱਧਰ ਨੂੰ ਹਵਾ ਜਾਂਦੀ ਉੱਧਰ ਨੂੰ ਤੁਰ ਜਾਂਦੀ ਹੈ। ਤੇ ਜਿੱਥੇ ਵਿਦਿਆ ਦਾ ਖਜ਼ਾਨਾ, ਵਿਦਿਆ ਦੇ ਮਾਰਦੰਡ ਮਹਾਂਪੁਰਸ਼ ਬੈਠੇ ਹੋਣ, ਸੰਗਤ ਜੀ ਗੁਣੀ ਗਿਆਨੀ ਮਹਾਂਪੁਰਖ ਬੈਠੇ ਹੋਣ, ਉਹਨਾਂ ਦੀ ਮਹਿਕ, ਉਹਨਾਂ ਦੀ ਵਾਈਬ੍ਰੇਸ਼ਨ, ਉਹਨਾਂ ਦੀ ਸਰੀਰ 'ਚ ਨਾਮ ਦੀਆਂ ਕਿਰਨਾਂ ਸੰਗਤ ਤੱਕ ਪਹੁੰਚਦੀਆਂ ਨੇ। ਇਸ ਕਰਕੇ ਮਹਾਂਪੁਰਖਾਂ ਦੇ ਦਰਸ਼ਨ ਸਾਧ ਕੇ ਸੰਗ, ਨਾ ਹੀ ਕਿਸ ਕਾਲ ਦਰਸ਼ਨ ਭੇਟਤ ਹੋਤ ਨਿਹਾਲ।
हम संतन की रेन प्यारे, हम संतन की शरणा, संत हमारी तानी, संत हमारा गहना। महापुरख रब दा रूप हुंदे ने। कबीर सेवा को दोवें भले, एक संत एक रा। सो महापुरख बैठे, आओ मैं अपने विचार ते आवां। सारे एक बार फिर गुरु साहिब दी पावन पवित्र हजूरी विच अपनी रचना पवित्र करो ते थोड़ा समा कथा विचार करके, जो कि 17 तरीक तो नानक नाम चढ़दी कला, तेरे भाणे सरबत दा भला, समूचे जगत दे भले लई, मनुखता दे मानवता दे भले लई ये महान कुंभ रखिया जांदा है हर साल। गुरु ग्रंथ साहिब सच्चे पातशाह अकाल पुरख दी ओट आसरा टेक सदका आप सारियां देश ते विदेश दीयां संगतां दे बड़े मोले सहयोग ने। सो संगत जी आओ मैं विचार शुरू करां। महापुरखां ने मनुखत जीवन दे परथाए, आत्मा दे परथाए अनेकां आपां नूं भेद दसे। मैं उसे विषय नूं थोड़ा अगे तोरन दा यतन करां। सारे आखो जी फिर वाहिगुरू जी का खालसा, वाहिगुरू जी की फतेह। सो संगत जी, मनुखा जीवन एक अनमोल हीरा है। मनुखा जीवन एक अनमोल खजाना है। हुणे हुणे महापुरखा ने आख्या कि पशु नूं समझ नहीं, मनुख नूं समझ है। हनेरा हुंदा है ना, अंधेर, तो संगत जी बंदे नूं दिखणों हट जांदा। पर एक जीव ऐसा उल्लू, उन्होंने दिने नहीं देखता, रात नूं दींदा, रात नूं उन्होंने देखता। पर वो जेकर चानन हुंदा तो बंदे नूं दिखदा। तुसीं ध्यान देना, थोड़ा जिहा दिमाग ते बोझ पाउणा। ਜਦੋਂ दिन चढ़दा उल्लू बेचारे नूं दिखणों हट जांदा ते ਉਹ ਦੋਸ਼ जे सूरज नूं देवे ਉਹਦਾ ਦੋਸ਼ नहीं है, ਉਹਦੇ ਕਰਮਾਂ ਦਾ ਹੀ है। सूरज ਦਾ ਦੋਸ਼ नहीं है। सूरज ਤੇ ਸਭ ਨੂੰ ਚਾਨਣ ਦੇ ਰਿਹਾ, जगत ਨੂੰ ਚਾਨਣ ਦੇ ਰਿਹਾ है। ਤੇ ਸੰਗਤ जी गुरु ग्रंथ ਸਾਹਿਬ ਜਿਹੜੇ शब्द ने, ਜਿਹੜਾ ਗਿਆਨ है, ਗਿਆਨ ਸਾਨੂੰ प्रकाश रोशनी ਦਿੰਦਾ है। ਉਹ शब्द ਦਾ ਗਿਆਨ, ग्रंथां ਦਾ ਗਿਆन, संगत जी शब्द नूं शब्द ना समझाउण गुरु ग्रंथ साहिब साडे गुरुदेव ने, गुरु ने। असीं जेकर इन्हां नूं शब्द ही समझ लईए तो जीवन कदे भी बन नहीं सकदा, भाव सागर तो पार नहीं हो सकदे। ये इकल्ले शब्द नहीं गे, साडे गुरु दे बोले होए वाक ने, साडे गुरु दे बोले होए बचन ने। ये धुर की अलाही बाणी है। बाणी गुरु, गुरु है बाणी, विच बाणी अमृत सारे। गुरबाणी कहे सेवक जन माने, पर तख गुरु निस्तारे। जदों गुरु बाणी आपां कहने तो किन्ना रस नाल हिरदा भर जांदा है। ये आम बचन नहीं, साडे गुरुआं पीरां दे बचन ने, साडे सतगुरां दे अनमोल प्रवचन ने। गुरबाणी पढ़ के महापुरख गल करदे सी मैल दी। देखो अखां संसार नूं देखदियां, किसी नूं रूप चंगा लगदा है, किसी नूं संसार चंगा लगदा है, किसी नूं भगवान चंगा लगदा है, किसी नूं गुरबाणी चंगी लगदी है, किसी नूं तृष्णा, किते जो अखां देखदियां। पर वो दृश्य सब साडे अंदर जांदा है। अंदर जाके वो मैल बन जांदा है। और मैल बाहर नहीं कदे भी आंदी। नाम जप के आपां इन्ने दिनां तो नाम जपिया, इहदा यही कारण है कि नाम जप के मन की जिहड़ी मैल है वो धुप जाती है। सिमरन करदिआं बहुत सारे ख्याल ते विकार आउंदे। संगत जी हुण पशु की जिहड़ी गल सी, बाबा जी कह रहे सी करतूत पशु की मानस जात। हुण पशु दे थल्ले तुसीं घाह भी रख दो ते सोने दीआं टिकरां भी रख दो, मोहरां भी रख दो, तुसीं हैरान होवोगे। पशु कदे भी सोने वाल मूँह नहीं मारूगा, घाह फूस वाली घाह ही खाऊगा, पट्ठे ही खाऊगा, मूँह उन्हें घाह ते मारना, सोने ते नहीं मारना। क्योंकि उन्होंने ज्ञान नहीं, क्योंकि उन्होंने ज्ञान ही नहीं, उन्होंने बोध ही नहीं, इस चीज़ का एहसास ही नहीं। हुण मनुख दे जिहड़े गुण ने, हुण मनुख नूं हवा का भी पता लगता है, ठंडे तत्त का भी पता लगता है, दुख सुख का भी पता लगता है। मनुख नूं ज्ञान है। बलिहारी गुर आपने दोहाड़ी चदवार, जनमान ते देवते किए करतने लागी।
ਜੇਛੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ। ਗੁਰੂ ਤੋਂ ਬਿਨਾ ਹਮੇਸ਼ਾ ਸਾਡੇ ਅੰਦਰ ਹਨੇਰਾ। ਹੁਣ ਜਿਨ੍ਹਾਂ ਲੋਕਾਂ ਦੇ, ਜਿਨ੍ਹਾਂ ਸਰੀਰਾਂ ਦੇ ਅੰਦਰ ਹਨੇਰਾ ਹੈ ਤੇ ਸਾਧ ਸੰਗਤ ਉਹ ਰੱਬ ਨੂੰ ਦੋਸ਼ ਦੇਣ। ਉੱਲੂ ਜਿਹੜਾ ਸੂਰਜ ਨੂੰ ਦੋਸ਼ ਦਿੰਦਾ ਚੰਗਾ ਨਹੀਂ ਲੱਗਦਾ। ਤੇ ਸੰਗਤ ਜੀ, ਮਨੁੱਖ ਹੋ ਕੇ ਜੇਕਰ ਆਪਣੇ ਅੰਦਰ ਦੇ ਹਨੇਰ ਭਰਮ ਨੂੰ ਦੂਰ ਕਰਨ ਵਾਸਤੇ ਅਸੀਂ ਰੱਬ ਨੂੰ ਗੁਨਾਹਗਾਰ ਕਰੀਏ, ਪਰਮਾਤਮਾ ਦੇ ਵਿੱਚ ਕਸੂਰ ਨਹੀਂ, ਸਾਡਾ ਆਪਣਾ ਹੈ, ਕਿਉਂਕਿ ਸਾਨੂੰ ਸਮਝ ਹੈ। ਸੋ ਮੇਰਾ ਵਿਸ਼ਾ ਜਿਹੜਾ ਹੈ ਮਨੁੱਖੇ ਜੀਵਨ ਦੇ ਪ੍ਰਥਾਏ ਕਬੀਰ, ਮਾਨਸ ਜਨਮ ਦੁਰਲਭ ਹੈ, ਬੜਾ ਅਨਮੋਲਕ ਜਨਮ ਹੈ। ਸੰਗਤ ਜੀ, ਅੱਜ ਆਪਾਂ ਇਹ ਜਨਮ ਨੂੰ ਪਦਾਰਥਾਂ ਪਿੱਛੇ ਲੱਗ ਕੇ, ਸੰਸਾਰ ਪਿੱਛੇ ਲੱਗ ਕੇ ਗਵਾ ਲੈਂਦੇ ਹਾਂ। ਪਸ਼ੂ ਨੂੰ ਗਿਆਨ ਨਹੀਂ ਕਿ ਸੋਨਾ ਪਰ ਉਹਨੇ ਘਾਹ ਖਾਣਾ। ਮਨੁੱਖ ਨੂੰ ਗਿਆਨ ਹੈ ਚੰਗਾ ਕੀ ਤੇ ਮਾੜਾ ਕੀ। ਕਰਮ ਜਿਹੜਾ ਹੈ, ਕਰਮ ਮਨੁੱਖ ਆਪ ਬਣਾਉਂਦਾ। ਹੁਣ ਅੱਖਾਂ ਨੇ ਮਾੜਾ ਦੇਖਿਆ, ਉਹ ਕਰਮ ਬਣ ਗਿਆ। ਰਚਨਾ ਨੇ ਮਾੜਾ ਬੋਲਿਆ, ਉਹ ਵੀ ਕਰਮ ਬਣ ਗਿਆ। ਕੰਨਾਂ ਤੋਂ ਮਾੜਾ ਸੁਣਿਆ, ਉਹ ਵੀ ਇੱਕ ਕਰਮ ਬਣ ਗਿਆ। ਹੁਣ ਜਿਹੜੀ ਮੈਂ ਕਰਮ ਦੀ ਗੱਲ ਕਰਨੀ, ਧਿਆਨ ਨਾਲ ਸੁਣੋ। ਦੇਖੋ, ਜਦੋਂ ਮਨੁੱਖ ਬੋਲਦਾ, ਕੋਈ ਵੀ ਮਨੁੱਖ, ਚਾਹੇ ਉਹ ਔਰਤ ਹੈ, ਚਾਹੇ ਉਹ ਮਰਦ ਹੈ, ਬੱਚਾ ਬੱਚੀ ਹੈ, ਜਦੋਂ ਮਨੁੱਖ ਬੋਲਦਾ ਉਹਦਾ ਧਿਆਨ ਦੂਜੇ ਵੱਲ ਹੁੰਦਾ। ਮੰਨ ਲਓ ਮੈਂ ਬੋਲਦਾ ਪਿਆ ਵਾਂ ਤੇ ਮੇਰਾ ਜਿਹੜਾ ਧਿਆਨ ਉਹ ਤੁਹਾਡੇ ਵਿੱਚ ਵਾ, ਤੇ ਤੁਹਾਡਾ ਧਿਆਨ ਕਿੱਥੇ ਹੈ? ਸੁਣਨ ਵਿੱਚ ਹੈ। ਬੋਲਣ ਲੱਗਿਆਂ ਧਿਆਨ ਸੁਣਨ 'ਚ ਜਾਂਦਾ ਹੈ। ਤੇ ਸੰਗਤ ਜੀ, ਜੇ ਸੁਣਨ ਲੱਗੀਏ ਧਿਆਨ ਆਪਣੇ 'ਚ ਹੁੰਦਾ। ਹੁਣ ਤੁਸੀਂ ਬਾਬਾ ਜੀ ਤੋਂ, ਮਹਾਂਪੁਰਸ਼ਾਂ ਤੋਂ ਅਨੇਕਾਂ ਅਨਮੋਲ ਬਚਨ ਸਰਵਣ ਕੀਤੇ। ਸਾਡੇ ਮਨਾਂ 'ਚ ਦੇਖੋ ਕਿੰਨੀ ਮੈਲ ਸੀ। ਸਾਡੇ ਕਦੇ ਵੀ ਕਥਾ ਕੀਰਤਨ ਸੁਣੋ ਕਿਸੇ ਤੋਂ ਵੀ, ਗੁਰੂ ਘਰ ਦੇ ਵਿੱਚ ਤੁਸੀਂ ਬਾਹਰ ਕਿੰਨਾ ਫਿਰਦੇ ਹੋ। ਸਾਰਾ ਦਿਨ ਮਨੁੱਖ ਪਰਿਕਰਮਾ ਕਰਦਾ, ਥੱਕਦਾ ਨਹੀਂ। ਜਦੋਂ ਬਹਿੰਦਾ ਗੁਰੂ ਦੀ ਗੋਦੀ 'ਚ, ਹਾਏ ਗੋਡੇ ਗਏ, ਹਾਏ ਲੱਕ ਗਿਆ, ਹੁੰਦਾ ਹੈ ਨਾ। ਦੇਖੋ, ਸਾਨੂੰ ਬਾਹਰ ਕੋਈ ਅਹਿਸਾਸ ਨਹੀਂ, ਸਾਨੂੰ ਕੋਈ ਅਹਿਸਾਸ ਨਹੀਂ, ਅਸੀਂ ਤੁਰਦੇ ਫਿਰਦੇ ਹਾਂ। ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠਣਾ, ਨੇਤਰ ਬੰਦ ਕਰਨੇ ਨੇ, ਸਾਨੂੰ ਵਿਕਾਰ ਖਾਣ ਲੱਗ ਜਾਂਦੇ ਨੇ, ਸਾਨੂੰ ਬਾਜ਼ਾਰ ਯਾਦ ਆਉਣ ਲੱਗ ਜਾਂਦਾ, ਸਾਨੂੰ ਘਰ ਦੇ ਧੰਦੇ ਯਾਦ ਆਉਣ ਲੱਗ ਜਾਂਦੇ ਨੇ, ਸਾਨੂੰ ਰੂਪ ਵਾਚਨਾ ਯਾਦ ਆਉਣ ਲੱਗ ਜਾਂਦੀ ਹੈ, ਸਾਨੂੰ ਅਨੇਕਾਂ ਤਰ੍ਹਾਂ ਦੇ ਪ੍ਰਕਾਰ ਦੇ ਖਿਆਲ ਆਉਣ ਲੱਗ ਜਾਂਦੇ ਨੇ। ਕਿਉਂਕਿ ਉਦੋਂ ਤੁਹਾਡਾ ਧਿਆਨ ਤੁਹਾਡੇ ਆਪਣੇ ਵੱਲ ਜਾਂਦਾ। ਮੈਂ ਬੋਲਦਾ, ਮੇਰਾ ਧਿਆਨ ਤੁਹਾਡੇ ਵੱਲ ਜਾ ਰਿਹਾ। ਮੈਨੂੰ ਇਹ ਕਿ ਮੈਂ ਤੁਹਾਨੂੰ ਸੁਣਾ ਰਿਹਾ, ਤੁਹਾਡਾ ਧਿਆਨ ਸੁਣਨ 'ਚ, ਕੰਨ ਸੁਣਦੇ ਪਏ ਨੇ। ਜਦੋਂ ਕਿਸੇ ਦੀ ਗੱਲ ਕਰੋਗੇ ਧਿਆਨ ਕਿਸੇ ਜਾਏਗਾ। ਤੁਸੀਂ ਹਮੇਸ਼ਾ ਜਦੋਂ ਕਿਸੇ ਦੀ ਗੱਲ ਕਰੋਗੇ ਤੁਸੀਂ ਕਹੋਗੇ ਫਲਾਣਾ ਬੰਦਾ ਬੜਾ ਧਰਮੀ ਜੇ, ਉਹ ਯਾਰ ਫਲਾਣਾ ਬੰਦਾ ਬੜਾ ਭੈੜਾ ਜੇ, ਫਲਾਣਾ ਬੰਦਾ ਨਸ਼ੇੜੀ ਜੇ, ਫਲਾਣਾ ਬੰਦਾ ਸ਼ਰਾਬੀ ਜੇ। ਔਰ ਜਦੋਂ ਤੁਸੀਂ ਸ਼ਬਦ ਬੋਲਦੇ ਆ, ਚਾਹੇ ਧਰਮੀ ਕਹੀਏ ਚਾਹੇ ਅਧਰਮੀ ਕਹੀਏ, ਕਿਸੇ ਦੀ ਗੱਲ ਕਰੋਗੇ ਤੁਹਾਡਾ ਧਿਆਨ ਕਿਸੇ ਚਲੇ ਜਾਏਗਾ। ਤੇ ਜਦੋਂ ਕੋਈ ਤੁਹਾਡੀ ਗੱਲ ਕਰੇਗਾ ਤੁਹਾਡੇ ਕੋਲ, ਤੇ ਸੰਗਤ ਜੀ ਧਿਆਨ ਆਪਣੇ ਆਪ 'ਚ ਆਉਂਦਾ। ਜਦੋਂ ਧਿਆਨ ਆਪਣੇ ਆਪ 'ਚ ਆਉਂਦਾ ਹੈ ਤੇ ਬੜਾ ਦੁੱਖ ਲੱਗਦਾ ਕਿ ਮੈਨੂੰ ਬੜਾ ਮਾੜਾ ਬੋਲਿਆ, ਮੈਨੂੰ ਬੜਾ ਭੈੜਾ ਬੋਲਿਆ। ਮੇਰੇ ਅੰਦਰ ਆਪਣਾ ਆਪ ਦਿਖਣ ਲੱਗ ਜਾਂਦਾ ਕਿ ਤੂੰ ਯਾਰ ਕਿੱਥੇ ਖਲੋਤਾ ਹੈ, ਤੇਰੀ ਥਾਂ ਕਿਹੜੀ ਹੈ। ਯਾਦ ਰੱਖੋ, ਜਦੋਂ ਧਿਆਨ ਆਪਣੇ 'ਚ ਜਾਏਗਾ ਤੇ ਆਪਣੇ ਕੀਤੇ ਕਰਮ ਦਿਸਣ ਲੱਗ ਪੈਣਗੇ। ਤੁਸੀਂ ਬਾਜ਼ਾਰ 'ਚ ਨਹੀਂ ਥੱਕਦੇ, ਤੁਸੀਂ ਵਿਆਹਾਂ 'ਚ ਨਹੀਂ ਥੱਕਦੇ, ਤੁਸੀਂ ਕਿਤੇ ਨਹੀਂ ਥੱਕੋਗੇ। ਜਦੋਂ ਗੁਰੂ ਦੀ ਗੋਦ ਚੌਂਕੜਾ ਮਾਰ ਕੇ ਬੈਠੇ, ਕੋਈ ਯਕੀਨ ਕਰਕੇ ਮੰਨਿਓ ਐਸੇ ਹਜ਼ਾਰਾਂ 'ਚ ਇੱਕ ਅੱਧਾ ਦਾ ਜੁੜਿਆ, ਬਾਕੀ ਥੱਕ ਜਾਣਗੇ। ਥੱਕਦੇ ਕਿਉਂ ਹੈ? ਬਾਜ਼ਾਰ 'ਚ ਨਹੀਂ ਥੱਕੇ, ਵਿਆਹਾਂ 'ਚ ਨੱਚ ਨੱਚ ਕੇ ਲੋਕੀ ਨਹੀਂ ਥੱਕਦੇ, ਪਰ ਗੁਰੂ ਦੀ ਗੋਦ ਵਿੱਚ ਬੈਠਣ ਲੱਗਿਆਂ ਲੋਕਾਂ ਨੂੰ ਥਕਾਵਟ ਹੋ ਜਾਂਦੀ ਹੈ। ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਕਿ ਸਾਡਾ ਜਦੋਂ ਅਸੀਂ ਬਹਿਨੇ ਅੱਖਾਂ ਬੰਦ ਕਰਦੇ, ਅਸੀਂ ਆਪਣੇ ਆਪ ਨੂੰ ਜਾਣਦੇ, ਧਿਆਨ ਆਪਣੇ ਅੰਦਰ ਜਾਂਦਾ। ਜਾਣੀ ਕਿ ਸੁਰਤ ਜਿਹੜੀ ਹੈ, ਧਿਆਨ ਆਪਣੇ ਆਪ 'ਚ ਜਾਏਗਾ ਤੇ ਤੁਸੀਂ ਆਪਣੇ ਆਪ ਨੂੰ ਜਾਣੋਗੇ। ਬਾਹਰ ਤੁਸੀਂ ਭੁੱਲੇ ਸੀ, ਬਾਹਰ ਤੁਹਾਨੂੰ ਚੇਤਾ ਨਹੀਂ, ਆਪਣੇ ਆਪ ਨੂੰ ਭੁੱਲ ਜੀਦਾ। ਜੋ ਲੋਕਾਂ ਨਾਲ ਗੱਲਾਂ ਕਰਾਂਗੇ, ਦੁਨੀਆ ਦੀ ਨਿੰਦਿਆ ਕਰਾਂਗੇ, ਕਿਸੇ ਦੀ ਬੁਰਾਈ ਕਰਾਂਗੇ, ਧਿਆਨ ਬੋਲ ਦੂਜੇ 'ਚ ਹੈ, ਸ਼ਬਦ ਦੂਸਰੇ 'ਚ ਜਾ ਰਹੇ ਨੇ, ਪਰ ਆਪਣੇ 'ਚ ਧਿਆਨ ਨਹੀਂ। ਜਦੋਂ ਆਪਣੀ ਗੱਲ ਸੁਣਨੀ ਪਏਗੀ, ਧਿਆਨ ਆਪਣੇ 'ਚ ਆਏਗਾ, ਤੁਹਾਨੂੰ ਇੱਦਾਂ ਮਹਿਸੂਸ ਹੋਏਗਾ ਦੁਨੀਆ 'ਚ ਮੇਰੇ ਵਰਗਾ ਮਾੜਾ ਤੇ ਨਿਕੰਮਾ ਪੁਰਖ ਕੋਈ ਨਹੀਂ।
ਕਾਰਨ ਕੀ ਹੈ? ਬੰਦਾ ਇਕਾਂਤ ਹੋ ਗਿਆ, ਇਕੱਲਾ ਹੋ ਗਿਆ, ਆਪਣੇ ਆਪ ਵਿੱਚ ਚਲੇ ਗਿਆ। ਇਸੇ ਕਰਕੇ ਧਿਆਨ, ਮੈਡੀਟੇਸ਼ਨ, ਸਿਮਰਨ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਧਿਆਨ ਆਪਣੇ ਆਪ 'ਚ ਜਾਏਗਾ, ਜਦੋਂ ਆਪਣੇ ਆਪ ਨੂੰ ਜਾਣੋਗੇ। ਤੇ ਸੰਗਤ ਜੀ, ਜਿਵੇਂ ਮਹਾਂਪੁਰਸ਼ਾਂ ਦਾ ਬਚਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ। ਸਾਰੇ ਸੰਸਾਰ ਵਿੱਚ ਦੁੱਖਾਂ ਦੀ ਅੱਗ ਹੈ, ਸਾਰਾ ਸੰਸਾਰ ਦੁਖੀ ਹੈ। ਸਿਮਰਨ ਉਦੋਂ ਹੁੰਦਾ, ਹੁਣ ਤੁਸੀਂ ਥੱਕਦੇ ਕਿਉਂ, ਦੁਖੀ ਕਿਉਂ ਹੁੰਦੇ ਆ? ਜੋ ਤੁਸੀਂ ਸਿਮਰਨ 'ਚ ਬੈਠੇ, ਸਮਾਧੀ, ਰੱਬ ਨੂੰ ਯਾਦ ਕੀਤਾ, ਜਾਂ ਹੱਥਾਂ 'ਚ ਗੁੜਕੇ ਫੜੇ, ਜਾਂ ਕੁਝ ਵੀ ਪਾਠ ਪਠਨ ਕੀਤਾ, ਤੇ ਅਸੀਂ ਥੱਕ ਜਾਂਦੇ ਆ, ਸਾਡਾ ਸਰੀਰ ਟੁੱਟਣ ਲੱਗ ਪੈਂਦਾ, ਸਾਡਾ ਧਿਆਨ ਭੜਕ ਜਾਂਦਾ, ਸਾਨੂੰ ਵਿਕਾਰ, ਫੁਰਨੇ, ਕਈ ਤਰ੍ਹਾਂ ਦੀਆਂ ਚੀਜ਼ਾਂ ਤੰਗ ਕਰਨ ਲੱਗ ਜਾਂਦੀਆਂ। ਕਾਰਨ ਇਹ ਹੈ, ਉਦੋਂ ਅਸੀਂ ਆਪਣੇ ਆਪ ਨੂੰ ਜਾਣਨ ਲੱਗਦੇ ਹਾਂ ਵੀ ਅਸੀਂ ਇੱਦਾਂ ਦੇ ਹਾਂ। ਸਾਡਾ ਮਨ ਸਾਡੇ ਨਾਲ ਗੱਲਾਂ ਕਰਦਾ, ਬਾਹਰ ਅਸੀਂ ਭੁੱਲੇ ਹੁੰਦੇ ਹਾਂ, ਸਾਨੂੰ ਚੇਤਾ ਨਹੀਂ ਬਾਜ਼ਾਰ 'ਤੇ। ਇਸ ਕਰਕੇ ਇਕਾਂਤ 'ਚ ਕਦੇ ਬੈਠੋਗੇ ਤੁਸੀਂ ਆਪਣੇ ਆਪ ਨੂੰ ਜਾਣੋਗੇ। ਹੁਣ ਬੰਦੇ ਨੂੰ ਜੇਲ੍ਹ 'ਚ ਕਿਉਂ ਰੱਖਦੇ ਆ? ਜੇਲ੍ਹ 'ਚ ਰੱਖਣ ਦਾ ਕਾਰਨ ਇਹ ਹੈ, ਕਰਮਵਾਲੇ ਬੰਦਿਆਂ ਨੂੰ ਉਹ ਤਾਂ ਰੱਖਦੇ ਹੈ ਕਿ ਉਹਨੂੰ ਅਹਿਸਾਸ ਹੋ ਸਕੇ ਕਿ ਤੂੰ ਕਿੰਨਾ ਮਾੜਾ ਕਰਮ ਕੀਤਾ, ਤੂੰ ਕਿੰਨਾ ਮਾੜਾ ਕਰਮ ਕਰਦਾ ਹੈ, ਤੂੰ ਕਿੰਨੇ ਲੋਕਾਂ ਦਾ ਮਰਡਰ ਕੀਤਾ, ਤੂੰ ਕਿੰਨਾ ਪਾਪ ਕੀਤਾ, ਉਹਨੂੰ ਅਹਿਸਾਸ ਹੁੰਦਾ। ਸੋ ਸੰਗਤ ਜੀ, ਗੁਰੂ ਘਰ ਜਦੋਂ ਚੌਂਕੜੇ ਮਾਰ ਕੇ ਬੈਠੀਦਾ ਨਾ, ਉਦੋਂ ਆਪਣੇ ਕਰਮ ਅੱਗੇ ਆ ਜਾਂਦੇ ਨੇ। ਸੋ ਆਓ, ਪਰਮਾਤਮਾ ਨੇ ਕਿਰਪਾ ਕੀਤੀ। ਇੱਕ ਵਾਰ ਜਿਵੇਂ ਬਾਬਾ ਜੀ ਕਹਿ ਰਹੇ ਸੀ, ਜੀਵਨ ਤੇ ਮੌਤ ਇਹ ਜ਼ਿੰਦਗੀ ਦਾ ਅੰਗ ਨੇ, ਹਿੱਸਾ ਨੇ। ਜਨਮ ਹੋਇਆ ਤੇ ਮੌਤ ਵੀ ਹੋਣੀ ਹੈ ਨਾ। ਇੱਕ ਵਾਰ ਕੋਈ ਮਹਾਂਪੁਰਖ ਰੱਬ ਦੇ ਪਿਆਰੇ ਉਹ ਬੈਠੇ, ਕਹਿੰਦੇ ਮੈਂ ਕਥਾ ਕਰਕੇ ਨਾ ਮੈਂ ਕਿਤੇ ਬਹਿ ਗਿਆ। ਕਹਿੰਦੇ 90-95 ਸਾਲ ਦੀ ਇੱਕ ਵਡੇਰੀ ਮਾਤਾ, ਬਜ਼ੁਰਗ, ਕੁੱਬਾ ਸਰੀਰ ਹੈ, ਹੱਡੀਆਂ ਦਾ ਪਿੰਜਰਾ ਉਹਦਾ ਬਣਿਆ ਪਿਆ, ਮੂੰਹ ਨਿੱਕਾ ਜਿਹਾ ਵਾ, ਤੇ ਖੂੰਡੀ ਦੇ ਸਹਾਰੇ ਮੇਰੇ ਕੋਲ ਆਈ। ਕਹਿੰਦੇ ਆ ਕੇ ਮੇਰੇ ਕੋਲ ਬੈਠੀ। ਸੰਤ ਕਹਿੰਦੇ ਮੇਰੀ ਦਾੜੀ ਕਾਲੀ ਸੀ, ਮੇਰੇ ਕੋਲ ਬੈਠੀ ਆ ਕੇ ਕਹਿੰਦੇ ਪੁੱਤ ਮੈਂ ਅਰਦਾਸ ਕਰਾਉਣੀ ਹੈ। ਕਹਿੰਦੇ ਵੀ ਮੈਨੂੰ ਇੰਨਾ ਔਖਾ ਹੋਣਾ ਪਿਆ ਵੀ ਸੁਣਨ ਵਾਸਤੇ, ਕਿਉਂਕਿ ਬਜ਼ੁਰਗ ਦੀ ਜ਼ਬਾਨ ਕੰਬਣ ਲੱਗ ਜਾਂਦੀ, ਇੰਦਰੇ ਘੱਟ ਕੰਮ ਕਰਦੇ ਆ। ਕਹਿੰਦੇ ਮੈਂ ਬੜੇ ਧਿਆਨ ਨਾਲ ਉਸ ਬੀਬੀ ਜੀ ਦੀ ਗੱਲ ਸੁਣੀ। ਮੈਂ ਕਿਹਾ ਮਾਂ, ਕਿਉਂਕਿ ਦਾੜੀ ਕਾਲੀ ਹੈ, ਦਾੜੀ ਚਿੱਟੀ ਹੋ ਜੇ ਆਪਾਂ ਫਿਰ ਸ਼ਬਦ ਹੋਰ ਵਰਤ ਲੈਂਦੇ ਹਾਂ। ਸ਼ਬਦ ਵੀ ਉਮਰ ਦੇ ਹਿਸਾਬ ਨਾਲ ਚੱਲਦੇ ਆ। ਅਸਲ ਰਿਸ਼ਤੇ ਨਾਤੇ ਵੀ ਸ਼ਬਦਾਂ ਨਾਲ ਹੀ ਬਣਦੇ ਆ। ਰੱਬ ਨਾਲ ਜਾਰੀ ਪਾਓਗੇ ਤੇ ਸ਼ਬਦ ਨਾਲ ਹੀ ਪੈਣੀ ਜੇ। ਔਰ ਸੰਗਤ ਜੀ, ਕਥਾ ਦੀ ਵੀ ਵਿਚਾਰ ਹੈ, ਉਹ ਵੀ ਸ਼ਬਦ ਨਾਲ ਹੈ। ਜ਼ੁਬਾਨ ਹੈ ਤੇ ਸੰਸਾਰ ਹੈ, ਜ਼ੁਬਾਨ ਨਹੀਂ ਤੇ ਨਿਰੰਕਾਰ ਵੀ ਨਹੀਂ। ਅਸਲ 'ਚ ਜ਼ੁਬਾਨ ਦੀ ਖੇਡ ਹੈ। ਚਲੋ ਮੇਰਾ ਵਿਸ਼ਾ ਇਹ ਨਹੀਂ। ਉਹ ਕਹਿੰਦੇ ਬੜੇ ਪਿਆਰ ਨਾਲ ਮੈਂ ਜਾ ਕੇ, ਮੈਂ ਬੜੇ ਧਿਆਨ ਨਾਲ ਕੰਨ ਲਾ ਕੇ ਸੁਣਿਆ ਕੀ ਕਹਿੰਦੀ ਮਾਤਾ। ਕਹਿੰਦੇ ਮਾਂ ਕੀ ਕਿਹਾ? ਕਹਿੰਦੀ ਪੁੱਤ ਮੈਂ ਕਿਹਾ ਕਿ ਅਰਦਾਸ ਕਰ ਮੇਰੀ ਉਮਰ ਵੱਧ ਜੇ। ਕਹਿੰਦੇ ਮੈਂ ਕਿਹਾ ਕੀ ਹੋਇਆ? ਕਹਿੰਦੇ ਜਿਹੜਾ ਸਾਹਮਣੇ ਆ ਬੱਚਾ ਖੇਡਦਾ ਨਾ, ਇਹ ਮੇਰਾ ਪੜਪੋਤਰਾ ਹੈ, ਮੇਰੀ ਇੱਛਾ ਕਿ ਇਹਦਾ ਵਿਆਹ ਦੇਖ ਕੇ ਮਰਾਂ। ਉਹ ਸੰਤ ਕਹਿੰਦੇ ਮੈਂ ਮੱਥੇ ਤੇ ਹੱਥ ਮਾਰਿਆ। ਕਹਿੰਦੇ ਮੈਂ ਸੋਚਣ ਲੱਗਾ ਅਰਦਾਸ ਕਰਾਓ, ਕਿ ਅਰਦਾਸ ਕਰੋ ਮੈਂ ਅੱਗੇ ਤੁਰ ਜਾ, ਕਿ ਮੈਂ ਰੱਬ ਦੇ ਘਰ ਤੁਰ ਜਾ, ਕਿ ਮੇਰੀ ਉਮਰ ਬੜੀ ਹੋ ਗਈ ਆ, ਸਰੀਰ ਕੁੱਬਾ ਵਿੰਗਾ ਤਲਿੰਗਾ ਹੋ ਗਿਆ ਵਾ, ਤੇ ਦੁੱਖ ਭੋਗਦਿਆਂ ਨੂੰ ਥੱਕ ਗਈਆਂ, ਤੇ ਤੁਸੀਂ ਅਰਦਾਸ ਕਰਿਓ ਵੀ ਮੈਂ ਰੱਬ ਦੇ ਘਰ ਤੁਰ ਜਾ। ਕਹਿੰਦੇ ਪਰ ਉਹ ਜਦੋਂ ਬੇਬੇ ਨੇ ਇਹ ਗੱਲ ਆਖੀ ਨਾ, ਉਹ ਵਿਹੜੇ 'ਚ ਪੜਪੋਤਰਾ ਖੇਡਦਾ, ਇਹਦਾ ਵਿਆਹ ਦੇਖ ਕੇ ਮਰਾਂ। ਕਹਿੰਦੇ ਮੈਂ ਕਿਹਾ ਮਾਤਾ ਮੈਂ ਨਹੀਂ ਅਰਦਾਸ ਕਰਨੀ। ਉਹ ਕਹਿੰਦੇ ਕਿਉਂ? ਕਹਿੰਦੇ ਜਦੋਂ ਤੇਰਾ ਵਿਆਹ ਸੀ ਤੂੰ ਆਪਣਾ ਵਿਆਹ ਦੇਖ ਕੇ ਨਹੀਂ ਰੱਜੀ, ਤੇਰੇ ਮੁੰਡਿਆਂ ਦਾ ਵਿਆਹ ਸੀ ਉਹਨਾਂ ਦਾ ਵਿਆਹ ਦੇਖ ਕੇ ਨਹੀਂ ਮਨ ਭਰਿਆ, ਤੇਰੇ ਪੋਤਰਿਆਂ ਦਾ ਵਿਆਹ ਹੋਇਆ ਉਹਨਾਂ ਦਾ ਵਿਆਹ ਦੇਖ ਕੇ ਨਹੀਂ ਮਨ ਭਰਿਆ, ਤੇ ਮਾਤਾ ਯਾਦ ਰੱਖੀ ਪੜਪੋਤਰੇ ਦਾ ਵਿਆਹ ਦੇਖ ਕੇ ਵੀ ਮਨ ਨਹੀਂ ਜੇ ਭਰਨਾ। ਸੰਸਾਰ ਦੇ ਜਿੰਨੇ ਵੀ ਰਚ ਨੇ ਤੁਸੀਂ ਦੇਖੀ ਚਲੋ, ਮਨ ਕਦੇ ਵੀ ਨਹੀਂ ਭਰਦਾ, ਮਨ ਕਦੇ ਵੀ ਨਹੀਂ ਰੱਜਦਾ। ਅੱਖੀਆਂ ਵੇਖਣੇ ਰੱਜੀਆਂ ਬੋ ਰੰਗ ਤਮਾਸ਼ੇ। ਇਹ ਸੰਸਾਰ ਹੈ ਸੰਗਤ ਜੀ, ਮਨ ਕਦੇ ਵੀ ਰੱਜਦਾ ਨਹੀਂ, ਕਦੇ ਵੀ ਭਰਦਾ ਨਹੀਂ ਹੈਗਾ। ਇਸੇ ਤਰ੍ਹਾਂ ਸੰਸਾਰ ਦੀ ਇੱਕ ਰੀਤ ਹੋਰ ਹੈ। ਮਹਾਂਪੁਰਖ ਕਹਿ ਰਹੇ ਸੀ ਨਾ, ਕਿੰਤੂ ਪਰਿੰਤੂ ਬਹੁਤ ਹੋ ਗਿਆ ਵਾ। ਤੇ ਤੁਹਾਨੂੰ ਪਤਾ ਆਪਣੀ ਜ਼ਿੰਦਗੀ 'ਚ ਦਾਸ ਨੇ ਰੱਬ ਦੀ ਜੋ ਗੱਲ ਕੀਤੀ ਆ, ਕਈ ਵਾਰ ਅਸੀਂ ਬੜੇ ਭਾਵੁਕ ਹੋ ਕੇ ਇੱਕ ਦੂਜੇ ਦੇ ਧਰਮਾਂ ਦੀ ਗੱਲ ਕਰਕੇ ਦੂਜੇ ਦੇ ਧਰਮ ਨੂੰ ਨੀਵਾਂ ਵਿਖਾਉਣਾ, ਕਿਸੇ ਮਹਾਂਪੁਰਖ ਨੂੰ ਨੀਵਾਂ ਵਿਖਾਉਣਾ, ਕਿਸੇ ਨੂੰ ਇੱਦਾਂ
ਜਿਹੜੇ ਮਹਾਂਪੁਰਖ ਹੁੰਦੇ ਸਾਰੇ ਰੱਬ ਦੇ ਪਿਆਰੇ ਹੁੰਦੇ, ਇੱਕੋ ਹੀ ਜੋਤ ਸਰੂਪ ਹੁੰਦੀ ਹੈ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ। ਉਹ ਤਾਂ ਸਾਰਿਆਂ ਵਿੱਚ ਹੀ ਪ੍ਰਕਾਸ਼ ਲਾਈਟ ਹੈ ਪ੍ਰਮਾਤਮਾ ਦੀ। ਤੋ ਸੰਗਤ ਜੀ, ਇੱਕ ਵਾਰ ਕਿਸੇ ਨੇ ਕਹਿੰਦੇ ਕਥਾ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਕ੍ਰਿਸ਼ਨ ਭਗਵਾਨ ਨੇ ਆਪਣੇ ਵਰਗਾ ਕੋਈ ਹੋਰ ਨਹੀਂ ਬਣਾਇਆ। ਧਿਆਨ ਨਾਲ ਸੁਣਿਓ, ਭਗਵਾਨ ਰਾਮਚੰਦਰ ਨੇ ਆਪਣੇ ਵਰਗਾ ਕੋਈ ਹੋਰ ਨਹੀਂ ਬਣਾਇਆ। ਔਰ ਉਹਨਾਂ ਨੇ ਕਿਹਾ ਕਿ ਮੁਹੰਮਦ ਪੈਗੰਬਰ ਨੇ ਆਪਣੇ ਵਰਗਾ ਹੋਰ ਨਹੀਂ ਕੋਈ ਬਣਾਇਆ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ 10 ਜਾਮੇ ਧਾਰਨ ਕੀਤੇ ਹੈ, ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਉੱਥੇ ਇੱਕ ਮੁਸਲਮਾਨ ਭਰਾ ਬੈਠਾ ਸੀ। ਕਹਿੰਦੇ ਉਹ ਖੜਾ ਹੋ ਕੇ ਕਹਿਣ ਲੱਗਾ, ਉਹਨੂੰ ਬਹੁਤ ਮਹਿਸੂਸ ਹੋਇਆ, ਕਿਉਂਕਿ ਆਪਾਂ ਕਿਸੇ ਦੇ ਧਰਮ ਦੀ ਗੱਲ ਕਰਾਂਗੇ ਦੁੱਖ ਤੇ ਲੱਗਦਾ ਹੀ ਹੈ। ਉਹਨੂੰ, ਉਹ ਵੀ ਵਿਦਵਾਨ ਸਨ, ਪ੍ਰੋਫੈਸਰ ਸਨ, ਪੜ੍ਹੇ ਲਿਖੇ ਸਨ। ਸੰਤ ਮਹਾਰਾਜ ਆਪਣੇ ਸ਼ਾਸਤਰੀ ਜੀ ਮਹਾਰਾਜ, ਇਹ ਵੀ ਬਹੁਤ ਸਾਰੇ ਸੈਮੀਨਾਰ ਅਟੈਂਡ ਕਰਦੇ, ਉੱਥੇ ਬੜੇ ਬੜੇ ਵਿਦਵਾਨ ਚਰਚਾ ਕਰਦੇ ਹੈ, PhD ਵਾਲੇ ਵੀ ਹੁੰਦੇ ਹੈ, ਬੜੇ ਬੜੇ ਪ੍ਰੋਫੈਸਰ ਲੈਕਚਰਹਾਰ ਉੱਥੇ ਵਿਚਾਰ ਗੋਸ਼ਟ ਕਰਦੇ ਨੇ। ਤੇ ਉੱਥੇ ਜਿਹੜਾ ਰਸ ਬਣਦਾ ਨਾ ਉਹ ਸੁਣਨ ਵਾਲਾ ਹੁੰਦਾ, ਆਨੰਦ ਵਾਲਾ ਹੁੰਦਾ। ਉੱਥੇ ਗਿਆਨ ਦੀ, ਪਰਮੇਸ਼ਵਰ ਦੀ ਬਾਣੀ ਦੀ ਕੋਈ ਵੀ ਵਿਸ਼ਾ ਹੈ ਉੱਥੇ ਚਰਚਾ ਹੁੰਦੀ ਹੈ। ਜਦੋਂ ਚਰਚਾ ਦਾ ਵਿਸ਼ਾ ਬਣ ਗਈ ਗੱਲ, ਉਹ ਮੁਸਲਮਾਨ ਭਰਾ ਕਹਿੰਦਾ ਵੀ ਮੈਨੂੰ 2 ਮਿੰਟ ਟਾਈਮ ਦਿਓਗੇ? ਉਹ ਕਹਿੰਦੇ ਹਾਂ ਜ਼ਰੂਰ ਦੇਵਾਂਗੇ। ਜਦੋਂ ਉਹਨਾਂ ਨੂੰ ਮੈਕ ਦਿੱਤਾ, ਉਹ ਕਹਿੰਦੇ ਮੈਂ ਮੰਨਦਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਛਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਕੀ ਮੇਰੀ। ਹੁਣ ਜੈਸੇ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਉਸੇ ਰਾਮਚੰਦਰ ਨੇ, जैसे श्री रामचंद्र जी ने ओसे शिवजी महाराज ने, जैसे शिवजी महाराज ने संगत जी ओसे विष्णु भगवान जी ने, और जैसे विष्णु भगवान जी ने ओसे गुरु नानक देव जी ने। हुण ध्यान देना कि सारिਆਂ ਦਾ ਸਮਾਂ ਸੀ, ਸਤਿਯੁਗ, ਕਲਯੁਗ, त्रेता, ਦੁਆਪਰ। याद रखिए जिवें भी अज कलयुग का समा चल रहा, सतयुग, त्रेता, दुआपर ते कलयुग, 4 युगां च ਵੱਖੋ ਵੱਖ अवतार होए। उस पुरख के जिहड़े वर्ल्डिंग्स मैं तुहानूं वो दस्सण लगा। उन्होंने माइक फड़ के आख्या कि कृष्ण भगवान ने जो करना सी कीता, रामचंद्र जी ने जो कीता। याद रखियो, कहते मुहम्मद पैगंबर ने मुसलमान बनाने सी, उन्होंने अपना अल्लाह का संदेश दिता तो लोगों को मुसलमान बनाया। कहते गुरु नानक ने सिख भी बनाना सी ते सिख दे नाल संत सिपाही भी बनाना सी। कहते उन्होंने 10 जामे तां धारण करने पे। पहला बाबे ने सिख बनाया, 10वें पातशाह शायद श्री गुरु गोबिंद सिंह साहब जी महाराज ने संत सिपाही बनाया, गिदड़ां तो बब्बर शेर बनाया। कहन लगे इस करके उन्होंने संत भी बनाया तो सिपाही भी बनाया तो सिख भी बनाया। इस करके देखो कितना बड़ा मान है उस पुरख के मूँह निकलिया कि गुरु नानक साहब ने संत सिपाही बनाने सी। इस करके 10 जामे धारण किए। हर अवतार की अपनी खूबी है, हर अवतार समय अनुसार जगत के विच आए, सारे पूजन योग ने, सारे सत्कार योग ने। कदे भी टीचर, कदे भी माड़ा लफज, कदे भी इहो जिहा शब्द ना बोलो कि दूसरे का हिरदा विलिया जाए, दूजे नूं दुख होवे। याद रखो, आपां उंगल किसी वाल करदे हैं ना तो बाकी सारियां अपने वाल आउंदियां वा। तो इस करके दद्दे दोष ने देऊं की शै, दोष कर्म अपने। जो मैं किया सो मैं पाया, दोष न दीजे अवर जना। दूजियां नूं कदे भी दोष न दो। सारियां दा सत्कार करदा, सारे पूजन योग ने, सारे सत्कार योग ने। सो संगत जी, जदों संगत विच आईदा, अड़चड़ तीर्थ साध के संग जदों महापुरखों की हजूरी, गुरु की हजूरी, गुरु के प्यारिਆਂ कोल जाके बैठीदा, साडे पाप उदों भी धुप जांदे ने। साडे मन नूं महापुरखों के दर्शन करके भी शांति आ जाती है। सो संगत जी, फुल की अपनी खूबी होंदी, खुशबू दिंदा है। महापुरख की कमाई होंदी है। उन्होंने कई वरे त्याग विराग का जीवन जी के संगत जी परमात्मा का जप तप करके अपने तन मन ते अपनी रूह ते हंडाया हुंदा है। वो फिर लोकां दे विच अपनी कमाई वंडदे है, संसार नूं परमात्मा नाल निरंकार नाल जोड़दे है। इस करके कदे भी
ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਭਵਨ। ਇਸ ਕਰਕੇ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸਮਾਂ ਬਹੁਤ ਕੀਮਤੀ ਹੈ। ਸੋ ਸੰਗਤ ਜੀ, ਮੈਂ ਰਾਤੀ ਵੀ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਅਨੁਭਵ ਦੱਸਣਾ ਹੈ। ਇਸ ਕਰਕੇ ਪਿੱਛੇ ਜੇ ਜਿਵੇਂ ਸਿਹਤ ਢਿੱਲੀ ਰਹੀ, ਮੇਰੇ ਮਨ 'ਚ ਆਇਆ ਵੀ ਸਰੀਰ ਹੁਣ ਢਿੱਲਾ ਮੱਠਾ, ਪਤਾ ਨਹੀਂ ਸੈੱਟ ਹੋਣਾ ਵੀ ਕਿ ਨਹੀਂ, ਤੇ ਸੰਗਤ ਨੂੰ ਸੰਦੇਸ਼ ਕਿਵੇਂ ਦੇਵਾਂਗੇ ਵੀ ਆਪਣੀ ਜ਼ਿੰਦਗੀ 'ਚ ਕੀ ਕਮਾਇਆ ਕੀ ਹੰਢਾਇਆ। ਜੇ ਇੱਦਾਂ ਹੀ ਤੁਰ ਗਏ ਕਿਸੇ ਨੂੰ ਕੀ ਸਮਝ ਆਉਣੀ ਹੈ। ਫਿਰ ਮੈਂ ਜੈਦਾਰ ਹੁਣਾਂ ਨੂੰ ਕਿਹਾ, ਮੈਂ ਕਿਹਾ ਕੁਲਦੀਪ ਸਿੰਘ ਹੁਣਾਂ ਨੂੰ ਕੁਛ ਬੱਚਿਆਂ ਨੂੰ ਜੀਵਨ ਦਾ ਪਤਾ। ਫਿਰ ਇੱਕ ਦਿਨ ਮੇਰੇ ਮਨ 'ਚ ਆਇਆ, ਜੇ ਆਪਾਂ ਇੱਕ ਸੰਤ ਹੋਏ ਬੜੇ ਮੋਝੇ ਹੀ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਗਿਆਨ ਦੀ ਗੱਲ ਹੈ। ਉਹਨਾਂ ਨੂੰ ਕਿਸੇ ਨੇ ਆਖਿਆ, ਬਾਬਾ ਜੀ ਤੁਸੀਂ ਸੰਗਤ ਦੇ ਵਿੱਚ ਆਪਣੀ ਗੱਲ ਬਹੁਤ ਕਰਦੇ ਹੋ। ਉਹ ਕਹਿੰਦੇ, ਭਲੇ ਮਾਨਸਾ, ਜਿਹੜੀ ਵਡਿਆਈ ਆਪਣੇ ਕੰਨਾਂ ਆਪਣੇ ਜ਼ੁਬਾਨ ਤੋਂ ਕਰਕੇ ਆਪਣੇ ਕੰਨਾਂ ਤੋਂ ਸੁਣਨ 'ਚ ਮਿਲਦੀ ਆ, ਦੂਜੇ ਤੋਂ ਨਹੀਂ ਮਿਲਦੀ। ਕਿਉਂਕਿ ਆਪਣੇ ਆਪ ਦਾ ਪਤਾ ਹੁੰਦਾ ਕਿ ਮੈਂ ਕਿੰਨੇ ਕੁ ਜੋਗਾ ਵਾਂ, ਤੇ ਦੂਜੇ ਨੂੰ ਜੇ ਦੂਜੇ ਤੋਂ ਸੁਣਾਂਗੇ ਤਾਂ ਗੱਲ ਝੂਠੀ ਹੋ ਜਾਣੀ ਹੈ ਨਾ। ਜਿਹੜੀ ਆਪ ਕਰਕੇ ਆਪਣੇ ਕੰਨਾਂ ਤੋਂ ਸੁਣਨੀ, ਕਹਿੰਦੇ ਇਹਦੇ ਵਰਗਾ ਮਜ਼ਾ ਦੁਨੀਆ 'ਚ ਨਹੀਂ ਹੈ। ਇਹ ਸੱਚ ਹੈ ਸੰਗਤ ਜੀ, ਕਦੇ ਅਜਮਾ ਕੇ ਦੇਖੋ। ਗੱਲ ਇੱਥੋਂ ਚੱਲੀ ਤੇ ਉੱਥੇ ਜਾ ਕੇ ਕੁਝ ਹੋਰ ਹੋ ਜਾਣੀ ਹੈ, ਗੱਲ ਬਦਲ ਜਾਂਦੀ ਹੈ। ਉਹ ਜਿਹੜਾ ਤੁਸੀਂ ਆਪਣੇ ਮੁੱਖ ਤੋਂ ਪ੍ਰਵਚਨ ਕਰਨਾ ਹੈ, ਉਹਦਾ ਵੱਖਰਾ ਆਨੰਦ ਹੈ। ਸੋ ਆਪ ਸਾਰੇ ਮੇਰੇ ਪਰਿਵਾਰ ਵਾਂਗੂ, ਸਾਰੇ ਮੇਰੇ ਛੋਟੇ ਵੱਡੇ ਭਾਈ ਭੈਣ, ਮਾਤਾ ਭੈਣਾਂ, ਬਜ਼ੁਰਗ, ਨੌਜਵਾਨ, ਸਾਰੇ ਬੜਾ ਪਿਆਰ ਕਰਦੇ ਹੈ। ਗੁਰੂ ਨਾਨਕ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ। ਸੰਗਤ ਜੀ, ਜਦੋਂ ਸਿਮਰਨ ਸ਼ੁਰੂ ਕੀਤਾ, ਮੈਂ ਅੱਗੇ ਵੀ ਦੱਸਦਾ ਹੁੰਦਾ, ਜੀਵਨ ਐਸਾ ਅਨੁਭਵ ਹੁੰਦਾ ਸੀ ਵੀ ਕੁਛ ਗਵਾਚਿਆ, ਉਹਨੂੰ ਲੱਭਣ ਦੀ ਖੋਜ ਕਰਦੇ ਰਹੇ। ਕਰਦਿਆਂ ਜਦੋਂ ਅਹਿਸਾਸ ਹੋਇਆ ਪਰਮਾਤਮਾ ਦੇ ਪਿਆਰ ਦਾ ਵਿਰਾਗ ਲੱਗਿਆ ਨਾ, ਕਿਉਂਕਿ ਮਹਾਂਪੁਰਸ਼ਾਂ ਦਾ ਸੰਗ ਕੀਤਾ ਇਹਨਾਂ ਨੇ, ਇਹਨਾਂ ਨੂੰ ਸਮਝ ਹੈ ਕਿ ਰੱਬੀ ਜਿਹੜਾ ਰਸ ਤੇ ਆਨੰਦ ਹੈ, ਉਹਦਾ ਆਨੰਦ ਵੱਖਰਾ ਸੰਸਾਰ 'ਚ, ਉਹਦਾ ਸੰਸਾਰਿਕ ਰਸ ਨਹੀਂ ਹੈ। ਧਿਆਨ ਨਾਲ ਸੁਣਿਓ, ਰੱਬੀ ਸ਼ਕਤੀ ਦਾ ਜਿੱਦਣ ਮੈਨੂੰ ਅਹਿਸਾਸ ਹੋਇਆ ਨਾ, ਸੰਨ 98 ਦੀ ਗੱਲ ਹੈ, 97-98 ਦੀ। ਮੇਰੇ ਤੋਂ ਵੱਡਾ ਭਰਾ ਹੁੰਦਾ ਅੰਗਰੇਜ਼ ਸਿੰਘ, ਉਹ ਜਰਮਨ ਹੁੰਦਾ। ਤੇ ਇੱਕ ਦਿਨ ਆ ਬੱਸ 'ਤੇ ਸਫ਼ਰ ਬਹੁਤ ਮੈਂ ਆਪਣੀ ਜ਼ਿੰਦਗੀ 'ਚ ਘੱਟ ਕੀਤਾ, ਬੱਸ 'ਤੇ ਸਫ਼ਰ ਨਹੀਂ ਇੰਨਾ ਕੀਤਾ। ਤੇ ਭੇਵੇ ਸ਼ਹਿਰ ਆਪਣਾ ਲਾਗੇ, ਉੱਥੇ ਜਾਣਾ ਸੀ। ਉਦੋਂ ਬਹੁਤ ਵਿਰਾਗ ਸੀ ਜੀਵਨ। ਮੇਰੇ ਮਨ 'ਚ ਆਇਆ ਵੀ ਇੰਨੇ ਚਿਰ ਹੋ ਗਿਆ ਵਾ ਕੁਛ ਕਰਦਿਆਂ ਨੂੰ, ਕੋਈ ਪੱਲੇ ਪਿਆ ਵੀ ਕਿ ਐਵੇਂ ਆਪਾਂ ਰੱਬ ਰੱਬ ਹੀ ਕਰੀ ਜਾਂਦੇ। ਕਈ ਵਾਰ ਮਨ 'ਚ ਆਈ ਜਾਂਦਾ, ਤੁਹਾਡੇ ਸਾਡੇ ਕਿਸੇ ਦੇ ਮਨ 'ਚ ਵੀ ਆ ਸਕਦਾ। ਉਹ ਜਦੋਂ ਮੈਂ ਕਿਹਾ ਵੀ ਚੱਲ ਅੱਜ ਪਰਖ ਕਰਕੇ ਦੇਖਦੇ ਹਾਂ ਪੱਲੇ ਕੁਛ ਪਿਆ ਵੀ ਕਿ ਨਹੀਂ। ਜਦੋਂ ਇੱਦਾਂ ਮਹਿਸੂਸ ਕਰਕੇ ਘਰੋਂ ਨਿਕਲੇ ਦੋਵੇਂ ਭਰਾ, 11 ਨੰਬਰ ਬੱਸ ਅੱਜ ਵੀ ਇੱਥੇ ਆਉਂਦੀ ਹੈ, ਬੜੀ ਪੁਰਾਣੀ ਲੱਗੀ ਹੈ। ਉਹ ਬੱਸ 'ਤੇ ਜਦੋਂ ਅਸੀਂ ਦੋਵੇਂ ਭਾਈ ਚੜ੍ਹੇ ਨਾ, ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ, ਮਹਿਸੂਸ ਹੁੰਦਾ ਕਿ ਅੱਜ ਨਾ ਬੱਸ ਪਲਟ ਜਾਣੀ। ਤੇ ਉਹ ਭਰਾ ਮੇਰਾ ਥੋੜ੍ਹਾ ਮਸਤਾਨਾ ਸੀ। ਮੈਂ ਉਹਨੂੰ ਆਖਿਆ, ਭਾਜੀ ਅੱਜ ਨਾ ਬੱਸ ਪਲਟ ਜਾਣੀ ਹੈ, ਤੇ ਨਾ ਤੁਸੀਂ ਘੁੱਟ ਕੇ ਹੱਥ ਪਾ ਲਿਆ ਜੇ ਬੱਸ ਨੂੰ। ਤਾਂ ਮੈਨੂੰ ਕਹਿੰਦਾ, ਤੇਰੀ ਯਾਰ ਜ਼ਬਾਨ ਹੀ ਕਲੈਣੀ ਹੈ। ਮੈਂ ਕਿਹਾ, ਮੇਰੀ ਜ਼ਬਾਨ ਨਹੀਂ ਕਲੈਣੀ, ਮੈਨੂੰ ਮਹਿਸੂਸ ਹੋ ਰਿਹਾ ਹੈ, ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਅੱਜ ਬੱਸ ਪਲਟ ਜਾਣੀ ਹੈ, ਤੇ ਘੁੱਟ ਕੇ ਹੱਥ ਪਾ ਲਈ। ਹੁਣ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਉਹ ਭਾਈ ਸਾਹਿਬ ਨੇ ਨਹੀਂ ਮੇਰੀ ਗੱਲ ਮੰਨੀ। ਸੰਗਤ ਜੀ, ਬੱਸ ਪਿੰਡੋਂ ਚੱਲਦੀ ਹੈ, ਦੋ ਗੱਲਾਂ ਤੁਹਾਡੇ ਨਾਲ ਰੱਖ ਕੇ ਮੈਂ ਸਮਾਪਤੀ ਕਰ ਦੇਣੀ ਆ। ਬੱਸ ਨਗਰ ਤੋਂ ਤੁਰਦੀ ਹੈ, ਤੇ ਜਦੋਂ ਹਾਈਵੇ 'ਤੇ ਮਲਕਪੁਰ ਤੋਂ ਹਾਈਵੇ ਆ ਜਾਂਦਾ, ਚੜ੍ਹਦੀ ਹੈ, ਮੈਂ ਇੱਕ ਹੱਥ ਛੀੜ ਨੂੰ ਪਾਇਆ, ਇੱਕ ਪੈਪ ਲੱਗਾ ਹੁੰਦਾ ਬੱਸ ਵਿੱਚ, ਮਤਲਬ ਜਿਵੇਂ ਸਵਾਰੀਆਂ ਲੰਘਦੀਆਂ। ਮੈਂ ਤਾਂ ਬਹੁਤ ਪਹਿਲਾਂ ਮੈਂ ਸਫ਼ਰ ਕੀਤਾ, ਇੱਕ ਹੱਥ ਮੈਂ ਪੈਪ ਨੂੰ ਪਾ ਲਿਆ। ਮੈਨੂੰ ਹਿਲਾ ਕੇ ਮੈਂ ਕਿਹਾ, ਭਾਈ ਸਾਹਿਬ ਬੱਸ ਪਲਟ ਜਾਣੀ ਹੈ, ਹੱਥ ਪਾ ਲਓ। ਮੈਨੂੰ ਕਹਿੰਦਾ, ਚੁੱਪ ਕਰ। ਮੈਂ ਕਿਹਾ, ਚਲ ਕੋਈ ਗੱਲ ਨਹੀਂ, ਛੱਡ ਲੱਗੂਗੀ, ਫਿਰ ਕਰੂੰ ਗੱਲ ਤੇਰੇ ਨਾਲ। ਉਹ ਬੱਸ ਜਦੋਂ ਚੱਲਦੀ ਗਈ, ਸਾਡੇ ਪਿੰਡ ਦੀਆਂ ਬੀਬੀਆਂ ਹੀ ਮੈਨੂੰ ਚੱਲ ਨਾਂ ਨਹੀਂ ਲੈਂਦਾ, ਕਿਤੇ ਕੱਲ੍ਹ ਨੂੰ ਮੇਰੇ ਕੋਲ ਆ ਕੇ ਦਿਵਾਲੇ ਹੋ ਜਾਣ। ਉਹਨਾਂ ਦਾ ਵਿਆਹ ਹੋ ਗਏ ਆ, ਬੱਚਿਆਂ ਵਾਲੀਆਂ ਨੇ, ਹੁਣ ਸਿਆਣੀਆਂ ਵਾ। ਉਹ ਬੈਠੀਆਂ ਸਨ, ਉਹ ਉੱਚੀ ਉੱਚੀ ਹੱਸਦੀਆਂ। ਮੇਰੇ ਅੰਦਰੋਂ ਫਿਰ ਆਵਾਜ਼ ਆਈ, ਮੈਂ ਕਿਹਾ ਇਹਨਾਂ ਦਾ ਦੰਦ ਟੁੱਟ ਜਾਣੇ। ਅੱਛਾ, ਜਦੋਂ ਇਹ ਫੁਰਨਾ ਆਇਆ ਨਾ,
ਉਹ ਬਾਅਦ 'ਚ ਟਿੱਕਰੀ ਪਿੰਡ ਹੈ ਆਪਣੇ ਲਾਗੇ, ਮਲਕਪੁਰ ਤੋਂ ਅੱਗੇ ਟਿੱਕਰੀ ਆਉਂਦਾ, ਉਦੋਂ ਪਿੱਛੇ ਮੈਂ ਕਿਹਾ ਇਹਨਾਂ ਦੰਦ ਟੁੱਟਣੇ ਆ, ਭਰਾ ਮੇਰੇ ਨੇ ਛੱਟ ਖਾਣੀ ਆ, ਇੱਦਾਂ ਦਾ ਸਾਰਾ ਦ੍ਰਿਸ਼ ਦਿਸਦਾ। ਮੈਂ ਇੱਕ ਪੈਪ ਨੂੰ ਹੱਥ ਪਾਇਆ, ਇੱਕ ਸ਼ੂਟ ਨੂੰ ਹੱਥ ਪਾਇਆ ਕੁੱਟ ਕੇ। ਮੈਨੂੰ ਫਿਰ ਤਰਸਾਇਆ ਕਿ ਮੇਰਾ ਭਰਾ ਵਾ, ਛੱਟ ਵੱਜਣ। ਮੈਂ ਕਿਹਾ ਭਾਜੀ ਹੱਥ ਪਾ ਲਓ। ਉਹਨੇ ਮਾਂ ਦੇ ਪੁੱਤ ਨੇ ਨਹੀਂ ਪਾਇਆ। ਉਹ ਸੰਗਤ ਜੀ ਅੱਗੋਂ ਟਰੱਕ ਆ ਗਿਆ ਔਰ ਮੇਰੇ ਅੰਦਰੋਂ ਹਾਏ ਨਿਕਲ ਗਈ। ਮੈਂ ਕਿਹਾ ਬੱਸ ਗਈ। ਇੰਨਿਆਂ ਨੂੰ ਸੰਗਤ ਜੀ ਬੱਸ ਤੇ ਟਰੱਕ ਸਿੱਧੇ ਆਪ ਜਦੋਂ ਵੱਜਦੇ ਨੇ ਨਾ, ਕੁਦਰਤੀ ਲਾ ਲਓ ਮੈਂ ਬਚਣਾ ਸੀ, ਉਹ ਬੱਸ ਟਰੱਕ ਪਲਟ ਜਾਂਦਾ। ਉਹ ਬੱਸ ਦੇ ਵਿੱਚ ਬੀਬੀਆਂ ਦੇ ਦੰਦ ਟੁੱਟ ਗਏ। ਭਾਈ ਸਾਹਿਬ ਦੀ ਜਿਹੜੀ ਸਾਥੀ ਉਹ ਜਾ ਕੇ ਅੱਗੇ ਪੈਪ ਨਾਲ ਵੱਜਦੀ, ਬੜੀ ਜ਼ੋਰ ਕੇ ਕਰਦਾ ਹਾਏ, ਤੇ ਹੋਰ ਸਾਰੇ ਕਾਫੀ ਖੂਨ ਖਰਾਬਾ ਖਲਾਰਾ ਜਿਹਾ ਪੈ ਗਿਆ। ਫਰੂਟੀਆਂ ਦਾ ਭਰਿਆ ਟਰੱਕ ਸੀ। ਜਦੋਂ ਟਰੱਕ ਉਲਟਿਆ ਸਾਰਿਆਂ ਨੂੰ ਛੱਟ ਲੱਗੀ, ਪਰ ਰੱਬ ਦੀ ਐਸੀ ਕਿਰਪਾ, ਮੈਂ ਤਾਂ ਪਹਿਲਾਂ ਹੀ ਹੱਥ ਪਏ ਸੀ, ਉਹ ਛੱਟ ਨਹੀਂ ਲੱਗੀ। ਤੇ ਸਾਰੇ ਲੋਕ ਖੂਨ ਨਾਲ ਲਿਬੜੇ, ਕੋਈ ਕੁਛ ਕਰੇ, ਕੋਈ ਆਪਣੇ ਕੱਪੜੇ ਲੱਭੇ, ਕੋਈ ਚੱਪਲਾਂ ਲੱਭੇ। ਤੇ ਭਾਈ ਸਾਹਿਬ ਨੂੰ ਛੱਟ ਲੱਗੀ। ਮੈਂ ਹੁਣ ਸੁਣਾ, ਕਹਿੰਦਾ ਯਾਰ ਤੂੰ ਸੱਚਾ ਸੀ। ਮੈਂ ਕਿਹਾ ਥੱਲੇ ਉਤਰ। ਜਦੋਂ ਬਾਅਦ ਤੋਂ ਥੱਲੇ ਉਤਰਿਆ ਨਾ, ਤੇ ਮੈਂ ਆਪਣੀ ਚੱਪਲ ਲੱਭਣ ਤੁਰ ਗਿਆ। ਮੈਂ ਜਿਉਂ ਲੱਗਿਆ ਚੱਪਲਾਂ ਲੱਭਣ, ਕੰਡਕਟਰ ਕਹਿੰਦਾ ਭਾਈ ਕੀ ਕਰਨ ਦਿਆ? ਮੈਂ ਮੇਰੀ ਚੱਪਲ ਗਵਾਚ ਗਈ ਹੈ। ਉਹ ਕਹਿੰਦਾ ਯਾਰ ਲੋਕਾਂ ਨੂੰ ਛੱਟਾਂ ਲੱਗੀਆਂ, ਤੈਨੂੰ ਚੱਪਲ ਦੀ ਪਈ ਹੈ। ਉਹ ਮੈਂ ਕਿਹਾ ਮੇਰੀ ਚੱਪਲ ਵੀ ਬੜੀ ਕੀਮਤੀ ਹੈ, ਆਪਾਂ ਫਕੀਰ ਹੁੰਦੇ ਆ, ਮੈਂ ਵੀ ਆਈ ਫਕੀਰ ਵਾਂ, ਤੇ ਫਕੀਰ ਨੂੰ ਆਪਣੀ ਜੁੱਤੀ ਵੀ ਬੜੀ ਪਿਆਰੀ ਹੁੰਦੀ ਹੈ। ਉਹ ਮੈਂ ਕਿਹਾ ਭਾਈ ਮੈਨੂੰ ਜੁੱਤੀ ਪਿਆਰੀ, ਪਹਿਲਾਂ ਜੁੱਤੀ ਲੱਭ ਲਾਂ। ਜਦੋਂ ਚੱਪਲ ਲੱਭੀ ਮੈਂ ਭਾਈ ਸਾਹਿਬ ਨੂੰ ਫੜਿਆ। ਕਹਿੰਦਾ ਪੀੜ ਬੜੀ ਹੁੰਦੀ ਹੈ। ਮੈਂ ਕਿਹਾ ਹੁਣ ਮੈਂ ਕੁਛ ਨਹੀਂ ਕਰ ਸਕਦਾ, ਇਸ ਕਰਕੇ ਦਵਾਈ ਬੂਟੀ ਲੈ ਲਈ। ਸ਼ਹਿਰੋਂ ਜਾ ਕੇ ਭੇਵੇ ਪਹੁੰਚੇ, ਦਵਾਈ, ਪਰ ਉਹਨੂੰ ਗਿਆਨ ਫਿਰ ਨਹੀਂ ਹੋਇਆ, ਉਹਨੂੰ ਫਿਰ ਵੀ ਅਹਿਸਾਸ ਨਹੀਂ ਹੋਇਆ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਭਰਾ ਹੈ ਨਾ, ਘਰ ਦੇ ਜੀ ਨਹੀਂ ਮੰਨਦੇ ਹੁੰਦੇ ਸਾਧ ਬਾਜਾਂ ਕੁਛ ਹੋਇਆ। ਤੇ ਇਸ ਕਰਕੇ 3 ਬੰਦੇ, ਇੱਕ ਪਿੰਡ ਦੇ, ਇੱਕ ਰਿਸ਼ਤੇਦਾਰ, ਇੱਕ ਸੱਜਣ, ਇਹ ਕਦੇ ਵੀ ਫਕੀਰ ਨੂੰ ਫਕੀਰ ਨਹੀਂ ਮੰਨਣਗੇ, ਭਾਵੇਂ ਸਾਰੀ ਜ਼ਿੰਦਗੀ ਲੰਘ ਜੇ। ਸੰਗਤ ਜੀ ਇਸੇ ਤਰ੍ਹਾਂ ਇੱਕ ਵਾਰ ਸਾਡਾ ਜਿਹੜਾ ਇਹ ਇਲਾਕਾ ਏਰੀਆ ਭੇਵੇ ਦਾ, ਬਹੁਤ ਸਾਰੇ ਲੋਕਾਂ ਨੇ, ਆਪਾਂ ਹੋਰ ਵੀ ਕਿਤੇ ਚਲੇ ਜਾਈਏ, ਲੋਕ ਬੜੇ ਭਰਮਾਂ 'ਚ ਪੈਂਦੇ, ਕਿਤੇ ਕੋਈ ਚਲੇ ਜਾਂਦਾ, ਕੋਈ ਕਿਤੇ ਚਲੇ ਜਾਂਦਾ। ਉਹ ਕਹਿ ਦਿੰਦੇ ਆ ਕਿ ਤੁਸੀਂ ਘਰ 'ਚ ਕਲੇਸ਼ ਰਵੇ ਤਾਂ ਲੋਕ ਕਹਿਣਗੇ ਸਮਾਧ ਬਣਾ ਦਿਓ, ਤੁਹਾਡੇ ਘਰੋਂ ਕਲੇਸ਼ ਚਲੋ ਜਾਵੇ। ਕਿਤੇ ਸਰੀਰ ਸਮਾਧ ਇੱਕ ਨਵੀਂ ਬਣਾ ਦਿੰਦੇ ਆ ਲੋਕ, ਫਿਰ ਵਿਚਾਰੇ ਦੁੱਧ ਵੀ ਚੜਾਉਂਦੇ ਆ ਤੇ ਕੁੱਤੇ ਖੀਰ ਖਾਂਦੇ ਰਹਿੰਦੇ ਆ। ਕਈ ਤਰ੍ਹਾਂ ਦੇ ਪਖੰਡਾਂ 'ਚ ਲੋਕਾਂ ਨੂੰ ਪੈ ਜਾਂਦਾ। ਬਹੁਤ ਸਾਰੀਆਂ ਸਮਾਧਾਂ ਸਨ। ਉਦੋਂ ਮੇਰੀ ਉਮਰ ਹੋਣੀ ਆ ਕੋਈ 18-19 ਸਾਲ। ਮੇਰਾ ਬਚਪਨ ਦਾ ਮਿੱਤਰ ਹੈ, ਅੱਜ ਕੱਲ੍ਹ ਉਹ ਛਪੇਨ ਹੁੰਦਾ, ਤੇ ਸੰਗਤ ਜੀ ਨਾਂ ਮੈਂ ਲੈਂਦਾ ਨਹੀਂ। ਉਹਨਾਂ ਨੇ ਸਮਾਧ ਬਣਾਈ ਹੋਈ ਬੜੀ ਵੱਡੀ। ਮੈਨੂੰ ਕਹਿੰਦਾ, ਮੇਰਾ ਨਿੱਕਾ ਨਾਮ ਲੈ ਕੇ, ਉਦੋਂ ਜਦੋਂ ਇੱਥੇ ਆਏ ਸੀ ਛੋਟੀ ਉਮਰ ਸੀ, ਬਚਪਨ 'ਚ ਅਸੀਂ ਸਾਥੀ ਸੀ, ਬਚਪਨ ਦਾ ਬੜਾ ਪਿਆਰ ਸੀ। ਧਿਆਨ ਨਾਲ ਸੁਣਨ ਵਾਲੀ ਵਿਚਾਰ ਹੈ। ਜਿਹੜੇ ਆਂਦੇ ਨਾ ਭੂਤ ਪ੍ਰੇਤ ਨਹੀਂ ਹੁੰਦੇ, ਆਹ ਪੀਰ ਨਹੀਂ ਹੁੰਦੇ, ਉਹਨਾਂ ਵਾਸਤੇ ਚੰਗੀ ਆ। ਤੇ ਸੰਗਤ ਜੀ ਉਹ ਕਹਿੰਦਾ ਸਮਾਧ ਬਣਾਈ ਆ। ਮੇਰਾ ਇੱਛਾ ਵੀ, ਮੇਰਾ ਮਨ ਨਹੀਂ ਮੰਨਦਾ ਕਿ ਅਸੀਂ ਗੁਰਸਿੱਖ ਵਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਨਵਾਈ ਦਾ, ਸ਼ੀਸ਼ ਝੁਕਾਈ ਦਾ, ਤੇ ਸਮਾਧੀ ਚੰਗੀ ਨਹੀਂ। ਮੇਰਾ ਪਿਓ ਰੋਜ਼ ਇਸ਼ਨਾਨ ਕਰਾ ਕੇ ਆਉਂਦਾ ਵਾ, ਵੀਰਵਾਰ ਨੂੰ ਜੋਤ ਲਾਉਂਦਾ। ਮੈਂ ਕਿਹਾ ਅੱਛਾ, ਜਵਾਨੀ ਦਾ ਨਸ਼ਾ ਹੋਰ ਵੀ ਹੁੰਦਾ, ਉਹ ਤੋਂ ਫਕੀਰੀ ਦਾ ਸੀ। ਉਹ ਮੈਂ ਜਾ ਕੇ ਘੋੜੇ ਤੇ ਉਹਦੀ ਸਮਾਧ ਢਾਹ ਦਿੱਤੀ। ਸ਼ਾਮ ਨੂੰ ਉਹਦਾ ਪਿਓ ਮੇਰੇ ਦਿਵਾਲੇ ਹੋ ਗਿਆ ਕਿ ਕਹਿੰਦਾ ਵੀ ਤੂੰ ਸਾਡੀ ਸਮਾਧ ਢਾਇਆ। ਮੈਂ ਕਿਹਾ ਦੇਖੋ ਮਾਛੜ ਜੀ, ਸਮਾਧ ਹੀ ਢਾਈ ਹੈ, ਵੀ ਉੱਥੇ ਹੈ ਕੁਛ ਨਹੀਂ ਹੈਗਾ, ਤੁਸੀਂ ਭਰਮ 'ਚ ਪਏ ਜੇ। ਕਹਿੰਦਾ ਜੇ ਕੁਛ ਹੋ ਗਿਆ ਨਾ ਫਿਰ। ਮੈਂ ਕਿਹਾ ਫਿਰ ਬਾਬਾ ਨਾਨਕ ਜ਼ਿੰਮੇਵਾਰ ਹੈ। ਮੈਂ ਕਿਹਾ ਹੁੰਦਾ ਕੁਛ ਨਹੀਂ, ਟੈਨਸ਼ਨ ਨਾ ਕਰੋ। ਉਹ ਮੁੰਡੇ ਨੂੰ ਭਰੋਸਾ ਹੀ, ਉਹਦੇ ਬਾਪ ਨੂੰ ਭਰੋਸਾ ਨਹੀਂ। ਉਹ ਫਿਰ ਕਹੇ ਜੇ ਸਾਡਾ ਕੋਈ ਡੰਗਰ ਮਰ ਗਿਆ, ਲੋਕਾਂ ਨੂੰ ਡੰਗਰਾਂ ਤੇ ਛੁੱਟ ਚਲੇ ਜਾਂਦੀ ਹੈ ਵੀ ਡੰਗਰ ਨਾ ਮਰ ਜੇ, ਬੰਦੇ ਭਾਵੇਂ ਮਰ ਜਾਣ। ਹੈ ਸੰਗਤ ਜੀ ਦੇਖੋ, ਮੈਂ ਕਿਹਾ ਮਾਛੜ ਜੀ ਕੁਛ ਨਹੀਂ ਹੁੰਦਾ, ਗੁਰੂ ਸਾਹਿਬ ਦਾ ਭਰੋਸਾ ਰੱਖੋ, ਅਕਾਲ ਪੁਰਖ ਦੇ ਪੁੱਤ ਮੈਂ, ਕੁਛ ਨਹੀਂ ਹੁੰਦਾ। ਕਹਿੰਦੇ ਠੀਕ ਹੈ। ਚਲੋ ਜਦੋਂ ਉਹਦੀ ਸਮਾਧ ਢਾਈ, ਉਹ ਤਾਂ ਹੋ ਗਏ ਫਾਰਕ। ਰਾਤ ਜਿੱਥੇ ਆਪਣਾ ਜਿਹੜਾ ਡੇਰਾ ਅਖਾੜਾ ਹੈ, ਉਦੋਂ ਇੰਨਾ ਨਹੀਂ ਸੀ ਬਣਿਆ। ਕਈ ਇੱਥੇ ਬੜੇ ਪੁਰਾਣੇ ਜੀਵ ਆ ਰਹੇ ਨੇ, ਵੱਟ ਹੁੰਦੀ ਆ ਆਪਣੇ, ਜਿੱਥੇ ਧੂਣਾ ਸਾਹਿਬ ਆ ਉੱਥੇ ਇੱਕੋ ਹੀ ਕਮਰਾ ਹੁੰਦਾ ਸੀ। ਉਹਦੇ ਪਿਛਲੇ ਪਾਸੇ ਘੋੜੀਆਂ ਦਾ ਬਰਾਂਡਾ ਹੁੰਦਾ ਸੀ, ਤੇ ਬਰਾਂਡੇ 'ਚ ਹੀ ਦਾਸ ਨੇ ਮੰਜਾ ਡਾਇਆ ਹੁੰਦਾ ਸੀ। ਉੱਥੇ ਮੇਰੇ ਨਾਲ ਜਿੰਨੇ ਵੀ ਅੰਗਮ ਜਥੇ ਦੇ ਬੱਚੇ ਬਚਪਨ ਤੋਂ ਰਹਿ ਰਹੇ ਹੈ, ਉਹ ਬਰਾਂਡੇ 'ਚ ਹੀ ਦੌਣ ਦੇ ਮੰਜੇ ਡਾਹ ਕੇ ਸਾਰੇ ਸੁਣਦੇ ਹੁੰਦੇ। ਕਈਆਂ ਸੰਗਤਾਂ ਨੇ ਵੇਲਾ ਵੇਖਿਆ ਵਾ, ਉੱਥੇ ਹੀ ਅਸੀਂ ਘੋੜੀਆਂ ਬੰਨੀਆਂ ਹੁੰਦੀਆਂ ਸੀ। ਤੇ ਸੰਗਤ ਜੀ ਮੈਂ ਪਿਆ ਰਾਤ ਨੂੰ 1 ਵਜੇ ਦਾ ਟਾਈਮ, ਉਹ ਤੇ ਫਾਰਕ ਹੋ ਗਏ। ਉਹਨਾਂ ਦਾ ਬਾਬਾ ਮੇਰਾ ਪੈਰ ਖਿੱਚਿਆ ਕੇ
ਜਿਹੜਾ ਪੀਰ ਸੀ ਨਾ, ਉਹ ਆ ਕੇ ਅੰਗੂਠਾ ਖਿੱਚੇ ਆਈ ਨੀਂਦ ਵਿੱਚ ਹੀ ਥੋੜੇ ਜਿਹੇ। ਮੈਂ ਕਿਹਾ ਭਾਈ ਸ਼ਾਇਦ ਕੋਈ ਬੱਚਾ ਉਠਾਉਂਦਾ ਹੋਣਾ, ਮੈਨੂੰ ਕੋਈ ਸਾਧੂ ਹੋਊਗਾ ਆਪਣਾ। ਇੱਕ ਵਾਰੀ ਖਿੱਚਿਆ, 2 ਵਾਰੀ ਖਿੱਚਿਆ, ਤੀਜੀ ਵਾਰ ਖਿੱਚਿਆ ਨਾ, ਮੈਂ ਕਿਹਾ ਇਹ ਤਾਂ ਕੋਈ ਵੱਖਰੀ ਰੂਹ ਲੱਗਦੀ ਹੈ। ਜਦੋਂ ਅੱਖਾਂ ਖੋਲੀਆਂ, ਬਾਬਾ ਜੀ ਖਲੋਤੇ, ਬੜੇ ਲੰਮੇ ਜਵਾਨ, ਨੀਲੇ ਕੱਪੜੇ ਪਾਏ ਉਹਨਾਂ ਨੇ। ਮੈਨੂੰ ਕਹਿਣ ਲੱਗੇ ਤੂੰ ਮੇਰਾ ਘਰ ਢਾਇਆ। ਮੈਂ ਕਿਹਾ ਬਾਬਾ ਜੀ ਮੈਂ ਕੋਈ ਘਰ ਨਹੀਂ ਢਾਇਆ ਤੁਹਾਡਾ। ਕਹਿੰਦਾ ਜਿਹੜੀ ਸਮਾਧ ਢਾਹ ਕੇ ਆਇਆ ਮੇਰਾ ਉਹ ਘਰ ਸੀ। ਮੈਂ ਕਿਹਾ ਓਹੋ, ਮੈਂ ਕਿਹਾ ਤੁਸੀਂ ਉੱਥੇ ਹੈਗੇ ਸੀ? ਉਹ ਕਹਿਣ ਲੱਗਾ ਹੁਣ ਮੈਨੂੰ ਜਗ੍ਹਾ ਦੇ। ਮੈਂ ਹੁਣ ਅਗਲੀ ਗੱਲ ਨਾ ਹੀ ਦੱਸਾਂ, ਤੁਸੀਂ ਭਾਵੇਂ ਡਰ ਜਾਓ। ਉਹ ਕਹਿੰਦਾ ਸਾਨੂੰ ਜਗ੍ਹਾ ਦੇ। ਮੇਰੇ ਮੂੰਹ ਨਿਕਲ ਗਿਆ ਤੁਸੀਂ ਇੱਥੇ ਰਹਿ ਜਾਓ। ਤੇ ਮੈਂ ਕਿਹਾ ਜੇ ਇੱਥੇ ਰਹਿ ਕੇ ਕਿਸੇ ਹੋਰ ਚੇਲੇ ਨੂੰ ਘੇਰਿਆ ਹੋਵੇ ਵੀ ਤੰਗ ਹੋਊਗਾ। ਮੈਂ ਕਿਹਾ ਬਾਬਾ ਜੀ ਤੁਸੀਂ ਸਿਆਣੇ ਹੋ, ਤੁਸੀਂ ਬੰਦਗੀ ਵਾਲੇ ਹੋ, ਮੰਨਦੇ ਆ ਵੀ ਚਲੋ ਤੁਹਾਡੀ ਸਮਾਧ ਢਾਈ, ਤੁਸੀਂ ਆਏ ਹੋ ਸਤਿਕਾਰਯੋਗ, ਤੁਸੀਂ ਕਿਤੇ ਹੋਰ ਚੱਲ ਜਾਓ, ਉਹ ਪਰਿਵਾਰ ਵੀ ਸੁਖੀ ਹੋ ਜਾਊਗਾ ਤੇ ਮੈਂ ਵੀ ਸੁਖੀ ਰਹੂੰਗਾ, ਤੁਸੀਂ ਅੰਗੂਠਾ ਨਾ ਖਿੱਚੋ। ਇਸ ਕਰਕੇ ਮੈਂ ਇਹ ਸਾਜ਼ ਕਰਾ ਰਿਹਾ ਵਾਂ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਜ ਸੰਸਾਰ ਦੇ ਵਿੱਚ ਦੇਵ ਰੂਹਾਂ ਵੀ ਨੇ, ਸ਼ੈਤਾਨ ਰੂਹਾਂ ਵੀ ਨੇ, ਸਭ ਕੁਝ ਹੁੰਦਾ ਹੈ। ਔਰ ਸਭ ਤੋਂ ਸ਼ੈਤਾਨ ਉਹ ਹੈ ਜਿਹਦਾ ਮਨ ਚੰਚਲ ਹੈ, ਮਨ ਵੀ ਇੱਕ ਸ਼ੈਤਾਨ ਦਾ ਘਰ ਹੈ। ਇਸ ਕਰਕੇ ਸੰਗਤ ਜੀ ਸੰਸਾਰ ਵਿੱਚ ਬਹੁਤ ਕੁਛ ਹੈ, ਕੁਛ ਅੱਖਾਂ ਦੇਖ ਰਹੀਆਂ, ਕੁਛ ਅੱਖਾਂ ਨੂੰ ਦਿਖਦਾ ਨਹੀਂ। ਰੱਬ ਦੀ ਚਰਚਾ, ਰੱਬ ਦੀ ਵਿਚਾਰ ਅਸੀਂ ਸਾਰੇ ਕਰਦੇ ਹਾਂ, ਰੱਬ ਦੀ ਗੱਲ, ਰੱਬ ਦਾ ਨਾਮ ਅਸੀਂ ਸਾਰੇ ਜਪਦੇ ਹਾਂ, ਪਰ ਰੱਬ ਦਿਸਦਾ ਕਿਸੇ ਕਿਸੇ ਨੂੰ ਹੈ। ਜਿਹੜੀ ਚੀਜ਼ ਦਿਸਦੀ ਨਹੀਂ ਉਹ ਵੀ ਹੈ, ਉਹ ਜੋ ਦਿਸ ਰਹੀ ਹੈ ਉਹ ਵੀ ਹੈ, ਜੋ ਨਹੀਂ ਦਿਸ ਰਿਹਾ ਇਹ ਨਹੀਂ ਵੀ ਇਹਨੂੰ ਖੰਡਨ ਮੰਡਨ ਕਰ ਦੋਗੇ, ਹੈ ਨਹੀਂ। ਪਰ ਸੰਗਤ ਜੀ ਜਿਹੜਾ ਨਹੀਂ ਦਿਸ ਰਿਹਾ, ਰੱਬੀ ਅਸਾਚ ਨੂੰ ਵਿਸ਼ਵਾਸ ਨਾਲ ਜਾਣਿਆ ਜਾ ਰਿਹਾ। ਰੱਬ ਦੇ ਚਰਨਾਂ 'ਚ ਅਰਦਾਸਾਂ ਹੋ ਰਹੀਆਂ ਲੱਖਾਂ ਗੁਰਦੁਆਰਿਆਂ 'ਚ, ਮੰਦਿਰਾਂ 'ਚ। ਔਰ ਪਰਮਾਤਮਾ ਦੇਖਣ ਦਾ ਹਿੱਸਾ ਕਿਸੇ ਕਿਸੇ ਦੇ ਹਿੱਸੇ 'ਚ ਆਇਆ, ਰੱਬ ਵੇਖਣ ਦਾ, ਮਹਾਂਪੁਰਖਾਂ ਦੇ, ਰੱਬ ਦੇ ਪਿਆਰੇ ਗੁਰਸਿੱਖਾਂ ਦੇ। ਔਰ ਦੇਖੋ ਜਿਹੜਾ ਦਿਸਦਾ ਨਹੀਂ ਆਪਾਂ ਨੂੰ ਖੰਡਨ ਨਹੀਂ ਕਰ ਸਕਦੇ। ਇਸ ਕਰਕੇ ਸੰਸਾਰ ਵਿੱਚ ਸਭ ਕੁਛ ਹੈ, ਔਰ ਜੋ ਦਿਸ ਰਿਹਾ ਉਹ ਵੀ ਹੈ, ਜੋ ਦਿਸ ਰਿਹਾ ਉਹ ਵਿਣਸ ਹੈ, ਉਹ ਨਾਸਵੰਦ ਹੈ, ਜੋ ਨਹੀਂ ਦਿਸ ਰਿਹਾ ਉਹ ਸਦਾ ਰਹਿਣ ਵਾਲਾ ਅਕਾਲ ਪੁਰਖ ਹੈ। ਆਓ ਗੁਰਦੇਵ ਕਿਰਪਾ ਕਰੇ, ਸਾਰੇ ਬਾਣੀ ਨਾਲ, ਨਾਮ ਨਾਲ, ਭਜਨ ਬੰਦਗੀ ਨਾਲ ਜੁੜੀਏ। ਇੱਕ ਧਾਰਨਾ ਪੜ੍ਹ ਕੇ ਸੰਗਤ ਜੀ ਸਮਾਪਤੀ ਨੂੰ ਚਲੀਏ, ਫਿਰ ਸਾਰੀ ਸੰਗਤ ਦੇ ਦਰਸ਼ਨ ਵੀ ਕਰਨੇ। ਮੈਂ 2 ਮਿੰਟ ਬਾਬਾ ਜੀ ਕੋਲ ਬਹਿਣਾ ਵੀ, ਕਮਰੇ 'ਚ ਵਿਚਾਰ ਕਰਨੇ ਨੇ। ਤੋ ਸੰਗਤ ਜੀ ਆਓ, ਬੜੀ ਭਾਵਨਾ ਨਾਲ ਸਾਰਿਆਂ ਧਾਰਨਾ ਪੜ੍ਹਨੀ ਹੈ। ਔਰ ਮੈਂ ਧਾਰਨਾ ਪੜ੍ਹਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਨ ਕੋਟਾਨ ਧੰਨਵਾਦ ਕਰਦਾ। ਐਸੇ ਇਸ਼ਟ ਗੁਰਦੇਵ ਜਿਨ੍ਹਾਂ ਨੇ ਸਾਨੂੰ ਜਨਮ ਤੇ ਜੀਵਨ ਦਿੱਤਾ ਹੈ, ਉਹ ਰੱਬ ਵਰਗੀਆਂ ਸੰਗਤਾਂ, ਮਾਵਾਂ ਭੈਣਾਂ ਮੇਰੀਆਂ, ਵੀਰ ਭਾਈ ਬਜ਼ੁਰਗ, ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ। ਸਮੇਂ ਸਮੇਂ ਅਨੁਸਾਰ ਸੰਗਤਾਂ ਤਨ ਮਨ ਅਤੇ ਧਨ ਕਰਕੇ ਬਹੁਤ ਸਹਿਯੋਗ ਕਰਦੇ ਨੇ ਨਾਮ ਸਿਮਰਨ ਦੇ ਵਿੱਚ। ਆਪ ਸੰਗਤਾਂ ਨੇ, ਵਿਦੇਸ਼ ਦੀਆਂ ਸੰਗਤਾਂ ਨੇ ਬਹੁਤ ਸਾਰਾ ਦਸਵੰਧ ਦੇ ਕਰਕੇ ਇਸ ਸਮਾਗਮ ਨੂੰ ਚੜ੍ਹਦੀ ਕਲਾ 'ਚ ਬਣਾਇਆ। ਸੋ ਮੈਂ ਸਾਰਿਆਂ ਦਾ, ਸਾਡੇ ਸਾਰੇ ਵਿਹੰਗਮ ਜਥੇ ਵੱਲੋਂ ਰੋਮ ਰੋਮ ਕਰਕੇ ਧੰਨਵਾਦ ਹੈ। ਮਹਾਂਪੁਰਖਾਂ ਦਾ ਧੰਨਵਾਦ ਹੈ। ਆਪ ਸੰਗਤ ਦੀ ਕਿਰਤ ਕਮਾਈ, ਆਪ ਸੰਗਤ ਦੇ ਪਿਆਰ ਅੱਗੇ ਮੈਂ ਸਾਰਿਆਂ ਨੂੰ ਸਿਰ ਝੁਕਾ ਕੇ ਨਮਸਕਾਰ ਕਰਦਾ ਵਾਂ। ਔਰ ਆਸ ਕਰਦਾ ਵਾਂ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਪਿਆਰ, ਰੱਬ ਦੇ ਪਿਆਰਿਆਂ ਨਾਲ, ਰੱਬ ਨਾਲ, ਅੰਮ੍ਰਿਤ ਵੇਲੇ ਨਾਲ, ਬਾਣੀ ਬਾਣੇ ਨਾਲ ਗੁਰੂ ਸਾਹਿਬ ਬਣਾਈ ਰੱਖਣ। ਭਰਮਾਂ 'ਚ ਨਾ ਪਵੋ, ਅੰਧ ਵਿਸ਼ਵਾਸਾਂ 'ਚ ਨਾ ਪਵੋ, ਨਸ਼ਿਆਂ 'ਚ ਨਾ ਗਰਕ ਹੋਵੋ, ਆਪਣੀ ਬਿਰਤੇ ਨੂੰ ਉੱਚਾ ਚੁੱਕੋ। ਕੋਈ ਵੀ ਰੱਬ ਦਾ ਪਿਆਰਾ ਹੈ ਨਾ, ਕੋਈ ਵੀ ਸੰਗਤ ਜੀ ਉਹਦਾ ਸਤਿਕਾਰ ਕਰਿਆ ਕਰੋ। ਕੋਈ ਜੇਕਰ 10 ਰੁਪਏ ਮੰਗਦਾ ਤੇ 5 ਰੁਪਏ ਵੱਧ ਹੀ ਦਿਆ ਕਰੋ, ਸਤਿਕਾਰ ਜ਼ਰੂਰ ਕਰਿਆ ਕਰੋ। ਸਭ ਦਿੱਤਾ ਦਾਨ ਕਦੇ ਵੀ ਘਟਦਾ ਨਹੀਂ, ਦਿੱਤਾ ਦਾਨ ਹਮੇਸ਼ਾ ਪ੍ਰਫੁੱਲਤ ਫੁੱਲ ਕੇ ਵਾਪਸ ਆਏਗਾ। ਇਹ ਮੇਰਾ ਵਚਨ ਤੁਸੀਂ ਕਦੇ ਵੀ ਅਜਮਾ ਕੇ ਵੇਖ ਲਿਓ। ਜਿੰਨਾ ਖੁੱਲ੍ਹ ਕੇ ਦਾਨ ਦੇਵੋ ਕਿਸੇ ਨੂੰ 10 ਮੰਗੇ 5 ਵੱਧ ਦਿਓ ਤੇ ਗੁਰਦੇਵ ਤੁਹਾਡੀਆਂ ਝੋਲੀਆਂ ਬਰਕਤਾਂ ਨਾਲ ਭਰੂਗਾ। ਹਮੇਸ਼ਾ ਅਸੀਸ ਲੱਗਦੀ ਹੈ, ਅਸੀਸ ਬਹੁਤ ਵੱਡੀ ਚੀਜ਼ ਹੈ। ਇਸ ਕਰਕੇ ਗੁਰੂ ਕਿਰਪਾ ਕਰੇ, ਆਪ ਛੋਟੇ ਵੱਡੇ, ਬੱਚਿਆਂ ਬੱਚੀਆਂ ਸਾਰਿਆਂ ਦਾ, ਬਜ਼ੁਰਗਾਂ ਦਾ ਬੜਾ ਪਿਆਰ ਹੈ। ਆਪ ਸੰਗਤ ਨਦਾਸ ਦੀ ਸੇਧ ਵਾਸਤੇ ਬੜੇ ਜਾਪ, ਬੜੇ ਅਖੰਡ ਪਾਠ ਸਾਹਿਬ, ਬੜੇ ਹੀ ਸੰਗਤ ਜੀ ਅਰਦਾਸਾਂ ਬੇਨਤੀਆਂ ਕਰਵਾਈਆਂ, ਉਹਨਾਂ ਦਾ ਵੀ ਧੰਨਵਾਦ। ਔਰ ਅੱਗੇ ਵੀ ਮੈਂ ਕਹਿਣਾ ਹੁੰਦਾ ਵੀ ਕਹਿਣ ਬੜਾ ਕੁਛ ਆ, ਪਰ ਹੈ ਵੀ ਕੁਛ ਨਹੀਂ। ਕਿਉਂਕਿ ਜਦੋਂ ਗਿਆਨ ਹੋ ਜਾਂਦਾ ਨਾ
ਰੱਬੀ ਗਿਆਨ ਉਦੋਂ ਹੁੰਦਾ ਕਿ ਜੋ ਰੱਬ ਮਿਲ ਜਾਂਦਾ ਤੇ ਉਦੋਂ ਬੰਦੇ ਦੇ ਸ਼ਬਦ ਮੁੱਕ ਜਾਂਦੇ, ਸ਼ਬਦ ਹੀ ਕੋਈ ਨਹੀਂ ਰਹਿੰਦੇ। ਖਾਮੋਸ਼ੀ ਵੀ ਇੱਕ ਮਹਾਨ ਤਪ ਹੈ। ਜਿਹੜਾ ਬੰਦਾ ਖਾਮੋਸ਼ ਹੁੰਦਾ ਨਾ, ਚੁੱਪ ਵੀ ਇੱਕ ਮਹਾਨ ਤਪ ਹੈ। ਹਰ ਬੰਦਾ ਚੁੱਪ ਨਹੀਂ ਰਹਿ ਸਕਦਾ। ਹਰ ਬੰਦੇ ਨੂੰ ਹੁੰਦਾ ਕਿ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਪਰ ਸੁਣਨ ਵਾਲੇ ਘੱਟ ਮਿਲਣਗੇ, ਸੁਣਾਉਣ ਵਾਲੇ ਦੁਨੀਆ 'ਚ ਬਹੁਤੇ ਤੁਰੇ ਫਿਰਦੇ ਆ। ਔਰ ਸੁਣਨ ਵਾਲਾ ਹਮੇਸ਼ਾ ਸਭ ਤੋਂ ਉੱਚਾ ਹੁੰਦਾ। ਆਪ ਜੋ ਜਾਣੇ ਨੀਚਾ, ਸੋ ਗਨੀਏ ਸਭ ਤੋਂ ਉੱਚਾ। 17 ਤਰੀਕ ਤੋਂ ਲੈ ਕਰਕੇ ਅੱਜ ਦੇ ਸਮਾਪਤੀ ਦੇ ਸਮੇਂ ਤੱਕ ਮੇਰੇ ਭਰਾਵਾਂ ਨੇ, ਭੈਣਾਂ ਨੇ ਹਾਜ਼ਰੀ ਭਰ ਕੇ ਨਾਮ ਦਾ ਲਾਹਾ ਲਿਆ। ਲਾਈਵ ਚੱਲਦੇ ਪ੍ਰੋਗਰਾਮਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਲਾਹਾ ਲਿਆ। ਸਾਰਿਆਂ ਨੂੰ ਧੰਨਵਾਦ। ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਬੜਾ ਪਿਆਰ ਕਰਦੇ ਹੈ ਸੰਗਤ ਜੀ। ਤੇ ਗੁਰੂ ਸਾਹਿਬ ਇਹਨਾਂ ਦੇ ਵੀ ਕਿਰਪਾ ਰੱਖੇ, ਤੰਦਰੁਸਤੀ ਬਖਸ਼ੇ। ਚੈਨਲ ਵਾਲੇ ਵੀਰਾਂ ਨੂੰ ਵੀ ਇੱਦਾਂ ਸਹਿਯੋਗ ਕਰਦੇ ਰਹਿਣੇ, ਵੀ ਪਰਿਵਾਰ ਦੇ ਮੈਂਬਰ ਨੇ। ਸੋ ਗੁਰੂਦੇਵ ਕਿਰਪਾ ਕਰਨ। ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹਾਂ, ਮੇਰੇ ਕੋਲ ਬੋਲ ਦਿਓ। ਮੈਂ ਵੀ ਇੱਕ ਅਣਜਾਣ ਜਿਹਾ ਬੰਦਾ ਵਾਂ। ਮੇਰੇ ਕੋਲ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤਾਂ ਦਾ ਬੱਚਾ ਵਾਂ ਤੇ ਸੰਗਤ ਜੀ ਖਿਮਾ ਕਰ ਦੇਣਾ ਮੇਰੀਆਂ ਗਲਤੀਆਂ, ਮੇਰੀ ਝੋਲੀ 'ਚ ਪਾਇਓ। ਔਰ ਸਾਡੇ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ, ਸਾਡੇ ਸੇਵਾਦਾਰਾਂ ਤੋਂ ਕੋਈ ਕਮੀ ਰਹਿ ਗਈ, ਕਿਸੇ ਨੂੰ ਉੱਚਾ ਨੀਵਾਂ ਬੋਲ ਧੱਕਾ ਕੋਈ ਵੱਜਿਆ, ਉਹਦੀ ਵੀ ਮਾਫੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੋ, ਬਾਣੀ ਨਾਲ ਜੁੜੋ, ਅੰਮ੍ਰਿਤ ਨਾਲ ਜੁੜੋ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਦੀ ਸਮਾਂ। ਆਓ ਸਾਰੇ ਬੜੇ ਪਿਆਰ ਨਾਲ ਧਾਰਨਾ ਪੜ੍ਹ ਕੇ ਗੁਰੂ ਦੀ ਖੁਸ਼ੀ ਲੈ ਕੇ ਸਾਰਿਆਂ ਨੇ ਲੰਗਰ ਪਾਣੀ ਛਕ ਕੇ ਅਰਦਾਸ ਹੁਕਮਨਾਮਾ ਚੁਣ ਕੇ ਸੰਗਤ ਜੀ ਦਰਸ਼ਨ ਅੱਜ ਕਰਾਂਗੇ ਸੰਗਤ ਦੇ ਆਸਣ ਤੇ। ਗੁਰਦੇਵ ਸਾਰਿਆਂ ਤੇ ਕਿਰਪਾ ਕਰੇ। ਆਓ ਮਾਰੇ ਕਿਰਪਾ ਕਰੇ। ਹੀਰਾ ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। 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 ਦਿਨੋਂ ਦਿਨ ਜੀ ਜਾਵੇ ਬੀਤਦਾ। ਦਿਨੋਂ ਦਿਨ ਜੀ ਜਾਵੇ ਬੀਤਦਾ। ਹੀਰਾ ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਹੀਰਾ ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਾਰਿਆਂ ਨੂੰ ਚੰਨਾਂ ਨਾਲ ਜੋੜ ਕੇ ਰੱਖਣ। ਸੰਗਤ ਜੀ ਆਓ ਅਰਦਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ
ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੈ ਤਾਏ। ਸਭ ਥਾਈ ਹੋਣਾ ਜੀ ਸਹਾਏ। ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਸ਼ਬਦ ਸਰੂਪ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿਠ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ। ਚਰਖੜੀਆਂ ਦੇ ਚੜੇ ਤਨ ਆਰਨ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਸਰਬੱਤਰ ਤੀਰਥਾਂ ਨਗਾਰਿਆਂ ਝੰਡਿਆਂ ਬੁੰਗਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹ ਜਹ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਰੇ ਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕੇ ਰਾਖੇ ਹੈ ਅਕਾਲ ਪੁਰਖ ਵਾਹਿਗੁਰੂ। ਸ੍ਰੀ ਨਨਕਾਣਾ ਸਾਹਿਬ ਹੋਰ ਇਤਿਆਦਿ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਆਪ ਜੀ ਦੇ ਪਿਆਰੇ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਨੂੰ ਬਖਸ਼ਿਸ਼ ਕਰਨਾ ਮਹਾਰਾਜ ਜੀਓ। ਹੇ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪੱਤ ਨੇ ਗੱਤਿਆਂ ਦੀ ਗੱਤ। ਗੁਰੂ ਗਰੀਬ ਨਵਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ 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 ਨਿਰਵਾਣ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਜੋ ਵਰ ਮੰਗਿਆ ਸੋ ਵਰ ਦਿੱਤਾ। ਧੰਨ ਬਾਬਾ ਟਲ ਰਾਏ ਜਹਾਂ ਜਾਏ ਤਹਾਂ ਸਹਾਏ। ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਕੇ ਚਰਨ ਕਮਲਾਂ ਪਾਸ ਦੋਏ ਕਰ ਜੋਰ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ। ਆਪ ਜੀ ਦੀ ਅਪਾਰ ਕਿਰਪਾ ਸਦਕਾ ਸਤਿਗੁਰੂ ਜੀਓ ਖੁੱਲੇ ਪੰਡਾਲਾਂ ਅੰਦਰ ਦੀਵਾਨ ਸਜਾਏ ਗਏ ਮਹਾਰਾਜ ਜੀ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਕਥਾ ਵਿਚਾਰਾਂ ਹੋਈਆਂ ਕੀਰਤਨ ਹੋਇਆ। ਸਤਿਗੁਰੂ ਜੀ ਸ਼ਬਦ ਗਾਇਨ ਕੀਰਤਨ ਹੋਇਆ। ਉਪਰੰਤ ਮਹਾਰਾਜ ਜੀ ਮਹਾਂਪੁਰਖਾਂ ਨੇ ਕਥਾ ਵਿਚਾਰਾਂ ਕੀਤੀਆਂ। ਮੇਰ ਭਰਿਆ ਤਕਣਾ ਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਕੀਰਤਨ ਕਰਦਿਆਂ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ 17 ਤਰੀਕ ਤੋਂ ਲੈ ਕੇ ਅੱਜ ਦੇ ਦੀਵਾਨਾਂ ਤੱਕ ਸਿਮਰਨ ਸਮਾਗਮ ਜੋ ਮਿੱਥੇ ਸਨ ਅੱਜ ਮਹਾਰਾਜ ਜੀਓ ਅਖੀਰਲੇ ਦਿਨ ਦੀ ਸਮਾਪਤੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਚਰਨਾਂ ਅੰਦਰ ਅਰਦਾਸਾਂ ਬੇਨਤੀਆਂ ਹਨ। ਮੇਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਸਤਿਗੁਰੂ ਜੀਓ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸੁਨ ਪੂਰਨਤਾ ਦੀ ਸਮਾਪਤੀ ਹੋਈ ਅਰਦਾਸਾਂ ਸਤਿਗੁਰੂ ਮੇਰ ਭਰਿਆ ਹੱਥ ਰੱਖਣਾ। ਹਜੂਰ ਆਪ ਜੀ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਹੈ। ਆਪ ਜੀ ਦੇ ਹਜੂਰ ਅੱਜ ਦੇ ਦਿਨ ਦੇ ਲੰਗਰਾਂ ਦੀ ਸੇਵਾ ਗੁਰਮੁਖ ਪਿਆਰਿਆਂ ਨੇ ਰਲ ਮਿਲ ਕੇ ਕੀਤੀ। ਸਰਦਾਰ ਮਲੂਕ ਸਿੰਘ ਪਿਹੋਵਾ ਤੋਂ, ਸਰਦਾਰ ਹਰਜੀਤ ਸਿੰਘ USA ਤੋਂ,
ਸਰਦਾਰ ਕਵਲਜੀਤ ਸਿੰਘ, ਸਰਦਾਰ ਬਰਿੰਦਰ ਸਿੰਘ, ਸਰਦਾਰ ਹੀਰਾ ਸਿੰਘ, ਸਰਦਾਰ ਚਰਨਜੀਤ ਸਿੰਘ ਆਸਟ੍ਰੇਲੀਆ ਤੋਂ, ਸਰਦਾਰ ਗੁਰਪ੍ਰੀਤ ਸਿੰਘ ਮੁਲਤਾਨਪੁਰ ਤੋਂ, ਸੁਲਤਾਨਪੁਰ ਲੋਧੀ ਤੋਂ, ਨਗਰ ਢਵਾਣਾ ਤੋਂ ਸੰਗਤ ਨੇ ਰਲ ਮਿਲ ਕੇ ਸੇਵਾ ਕੀਤੀ। ਨਗਰ ਪਾਤੜਾਂ ਤੋਂ ਰਲ ਮਿਲ ਕੇ ਲੰਗਰ ਲਾਏ ਸਤਿਗੁਰੂ ਜੀਓ। ਨਗਰ ਹਸਨਪੁਰ ਤੋਂ ਰਲ ਮਿਲ ਕੇ ਸੰਗਤਾਂ ਨੇ ਸੇਵਾਵਾਂ ਕੀਤੀਆਂ। ਸਰਦਾਰ ਅੰਮ੍ਰਿਤ ਸਿੰਘ ਨੇ ਕੈਨੇਡਾ ਤੋਂ ਸਤਿਗੁਰੂ, ਉਹਨਾਂ ਨੇ ਵੀ ਸੇਵਾਵਾਂ ਕੀਤੀਆਂ। ਸਰਦਾਰ ਮਨਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ, ਉਹਨਾਂ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ। ਸਤਿਗੁਰੂ ਜੀਓ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਆਰੰਭਤਾ ਤੋਂ ਲੈ ਕੇ ਅੱਜ ਅੰਤਿਮ ਅਰਦਾਸ ਤੱਕ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ। ਸਤਿਗੁਰੂ ਜੀ ਤਿਨਾਂ ਦੀਆਂ ਸੇਵਾਵਾਂ ਥਾਏ ਪਾਉਣੀਆਂ। ਮਿਹਰ ਭਰਿਆ ਹੱਥ ਰੱਖਣਾ। ਜਿਸ ਮਨੋ ਕਾਮਨਾ ਮਨੋ ਭਾਵਨਾ ਨੂੰ ਲੈ ਕੇ ਹਜੂਰ ਆਪ ਜੀ ਦੇ ਚਰਨ ਪਰਸੇ ਸੇਵਾਵਾਂ ਕੀਤੀਆਂ। ਰਸਤਾਂ ਲਿਆਏ ਧਨ ਆਦਿ ਸਤਿਗੁਰੂ ਜੀ ਸੇਵਾਵਾਂ ਕੀਤੀਆਂ। ਤਿਨਾਂ ਦੀਆਂ ਸੇਵਾਵਾਂ ਥਾਏ ਪਾਉਣੀਆਂ। ਮਨ ਦੀਆਂ ਮਨੋ ਕਾਮਨਾ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ। ਕਈ ਪਰਿਵਾਰਾਂ ਗੁਪਤ ਸੇਵਾਵਾਂ ਕੀਤੀਆਂ ਅਤੇ ਸਤਿਗੁਰੂ ਕੁਝ ਗੁਪਤ ਅਰਦਾਸਾਂ। ਆਪ ਸਭਨਾਂ ਦੇ ਨਾਮ ਜਾਨੀ ਜਾਨ ਹੋ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣਾ। ਸਭਨਾਂ ਦੀਆਂ ਸੇਵਾਵਾਂ ਸੰਪੂਰਨ ਕਰਨੀਆਂ। ਜਿਸ ਮਾਈ ਭਾਈ ਨੇ ਜਿਸ ਮਨੋਕਾਮਨਾ ਨਾਲ ਸੇਵਾ ਕੀਤੀ ਆਦਿ ਸੇਵਾਵਾਂ ਕੀਤੀਆਂ, ਤਿਨਾਂ ਦੀਆਂ ਸੇਵਾ ਥਾਏ ਪਾਉਣੀਆਂ। ਸਤਿਗੁਰੂ ਜੀ ਅਰਦਾਸਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਹਜ਼ੂਰ ਦੇ ਕੜਾ ਪ੍ਰਸ਼ਾਦ ਦੀ ਦੇਗ ਭਾਈ ਸਹਿਜਪਾਲ ਸਿੰਘ ਜੀ ਸੇਵਾਦਾਰ ਮਹਾਂਪੁਰਖਾਂ ਦੀ ਸਰੀਰਕ ਤੰਦਰੁਸਤੀ ਵੱਲੋਂ ਉਹਨਾਂ ਵੱਲੋਂ ਦੇਗ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਮੁਖ ਵਾਕ ਅਨੁਸਾਰ ਭੋਗ ਲਾਵੋ। ਭੋਗ ਲੱਗੇ ਕਰੀ ਪਾਕ ਸਲ ਸੋਚ ਪਵਿੱਤਰਾ। ਹੁਣ ਲਾਵੋ ਭੋਗ ਹਰਿ ਰਾਏ। ਲੱਗਿਆ ਹੋਇਆ ਪ੍ਰਸ਼ਾਦ ਸ਼ੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਜੀ ਸਕੇ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਦੇ ਹਜ਼ੂਰ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ, ਤਿਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਜਪਿਆ ਹੋਇਆ ਨਾਮ ਆਪਣੇ ਸੱਚਖੰਡ ਵਿਖੇ ਪ੍ਰਵਾਨ ਕਰਨਾ। ਇਸੇ ਤਰ੍ਹਾਂ ਨਾਮ ਦੀਆਂ ਬਖਸ਼ਿਸ਼ਾਂ ਕਰਨੀਆਂ। ਮਹਾਰਾਜ ਜੀਓ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਹੁਣ ਆਪ ਜੀ ਕਰੋ ਕਿਰਪਾ, ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਅੱਖਰ ਵਾਦਾ ਘਾਟਾ ਪੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।